ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਮਹੱਲਾ ਪਹਿਲਾ। ਕਿਰਤ ਪਿਆ ਨਹਿ ਮਿਟੈ ਕੋਇ, ਕਿਆ ਜਾਣਾ ਕਿਆ ਆਗੈ ਹੋਏ। ਜੋ ਤਿਸ ਭਾਣਾ ਸੋਏ ਹੁਆ, ਅਵਰ ਨਾ ਕਰਨ ਵਾਲਾ ਦੁਆ। ਕਿਰਤ ਪਿਆ ਨਹਿ ਮਿਟੈ ਕੋਇ, ਕਿਆ ਜਾਣਾ ਕਿਆ ਆਗੈ ਹੋਏ। ਜੋ ਤਿਸ ਭਾਣਾ ਸੋਏ ਹੁਆ, ਅਵਰ ਨਾ ਕਰਨ ਵਾਲਾ ਦੁਆ। ਨਾ ਜਾਣਾ ਕਰਮ ਕੇ ਵਡ ਤੇਰੇ ਦਾਤ, ਕਰਮ ਧਰਮ ਤੇਰੇ ਨਾਮ ਕੇ ਜਾਤ। ਰਹਾਉ ਤੂੰ ਏਵਡ ਦਾਤਾ ਦੇਵਨ ਹਾਰ, ਤੋਟ ਨਾਹੇ ਤੁਧ ਭਗਤ ਭੰਡਾਰ। ਕੀਆ ਗਰਭ ਨਾ ਆਵੈ ਰਾਸ, ਜਿਉ ਪਿੰਡ ਸਭ ਤੇਰਾ ਪਾਸ। ਤੂੰ ਮਾਰ ਜੀਵਾ ਲਹੈ ਬਖਸ਼ ਮਿਲਾਏ। ਜਿਉ ਭਾਵੇ ਤਿਉ ਨਾਮ ਜਪਾਏ। ਤੂੰ ਦਾਨਾ ਬਿਨਾ ਸਾਚਾ ਸਿਰ ਮੇਰਾ, ਗੁਰਮਤਿ ਦੇ ਭਰੋਸਾ ਤੇਰਾ। ਤਨ ਮਹਿ ਮੈਲ ਨਾਹੀਂ ਮਨ ਰਾਤਾ, ਗੁਰ ਬਚਨੇ ਸਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੇ ਵਡਿਆਏ, ਨਾਨਕ ਰਹਿਣਾ ਭਗਤ ਸ਼ਰਣਾਏ। ਤਨ ਮਹਿ ਮੈਲ ਨਾਹੀਂ ਮਨ ਰਾਤਾ, ਗੁਰ ਬਚਨੇ ਸਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੇ ਵਡਿਆਏ, ਨਾਨਕ ਰਹਿਣਾ ਭਗਤ ਸ਼ਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਦੀਨਾ ਬੰਧੂ,
ਪਤਿਤ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤ ਸੰਗਤ ਦੀਆਂ ਕੜੀਆਂ ਦਾ ਸੁਖ ਮਾਣ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਜੋਤੀ ਜੋਤ ਸਮਾਉਣ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਦਰਸ਼ਨਾਂ ਦਾ ਸੁਭਾਗ, ਸੰਗਤ ਦਾ ਸੁਭਾਗ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੇ ਪਾਵਨ ਦਰਬਾਰ ਅੰਦਰ ਲੜੀਵਾਰ ਤੁਰ ਕੀ ਬਾਣੀ ਦੀ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਮਹਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੌੜੀ ਰਾਗ ਵਿੱਚ ਹਜ਼ੂਰ ਆਪਣੀ ਪਵਿੱਤਰ ਰਸਨਾ ਤੋਂ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕਿਰਤ ਪਿਆ ਨਹਿ ਮਿਟੈ ਕੋਏ। ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖ ਬੇਨਤੀ ਕਰਦੇ ਆ, ਮਹਾਰਾਜ ਕਰਮਾਂ ਦੀ ਬਾਬਤ ਦੱਸੋ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੀ ਬੇਨਤੀ ਸੁਣ ਕਰਕੇ ਹਜ਼ੂਰ ਜੋ ਕਰਮਾਂ ਦਾ ਫਲ ਹੈ ਉਹਦੀ ਭੋਗਣ ਦੀ, ਜੇ ਬੁਰੇ ਕਰਮ ਕੀਤੇ ਹੈ ਤੇ ਫਿਰ ਮਨ ਦੇ ਅੰਦਰ ਚਿੰਤਾ ਵੀ ਜੀਵ ਦੇ ਜਾਗਦੀ ਹੈ, ਤੇ ਪੁੰਨ ਕਰਮ ਕੀਤੇ ਹੈ ਫਲ ਦੀ ਇੱਛਾ ਵੀ ਜੀਵ ਰੱਖਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਕਰਮਾਂ ਦੀ ਕੀ ਗਤਾ ਗਤੀ ਹੈ। ਤੋ ਹਜ਼ੂਰ ਆਪਣੀ ਰਸਨਾ ਤੋਂ ਫਰਮਾਉਂਦੇ ਹਨ। ਕਿਰਤ ਪਿਆ ਨਹਿ ਮਿਟੈ ਕੋਏ। ਸਤਿਗੁਰੂ ਜੀ ਫਰਮਾਉਂਦੇ ਆ, ਗੁਰਸਿੱਖੋ ਜੋ ਕੀਤੇ ਹੋਏ ਕਰਮਾਂ ਦਾ ਲੇਖ ਵਾਹਿਗੁਰੂ ਜੀ ਨੇ ਮਸਤਕ ਤੇ ਪਾਇਆ ਹੈ, ਇਹਨੂੰ ਮਹਾਰਾਜ ਕਹਿੰਦੇ ਕੋਈ ਵੀ ਪੂਰੇ ਗੁਰੂ ਜੀ ਤੋਂ ਬਿਨਾਂ ਮੇਟ ਨਹੀਂ ਸਕਦਾ। ਜੋ ਵਾਹਿਗੁਰੂ ਨੇ ਸਾਡੇ ਕਰਮਾਂ ਮੁਤਾਬਕ ਲੇਖ ਪਾਏ ਹੈ, ਜੋ ਕੁਝ ਕਰਮ ਅਸੀਂ ਕੀਤੇ ਹੈ, ਕੀਤੇ ਹੋਏ ਕਰਮਾਂ ਦੀ ਪੂੰਜੀ ਲੈ ਕਰਕੇ ਜੀਵ ਜਦੋਂ ਪਰਲੋਕ ਵਿੱਚ ਜਾਂਦਾ ਹੈ, ਫਿਰ ਉਹਨਾਂ ਕਰਮਾਂ ਦੇ ਮੁਤਾਬਕ ਵਾਹਿਗੁਰੂ ਜੀ ਮਸਤਕ ਦੇ ਉੱਤੇ ਲੇਖ ਪਾ ਦਿੰਦੇ ਹੈ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਾਏ ਹੋਏ ਲੇਖਾਂ ਨੂੰ ਕੋਈ ਵੀ ਗੁਰਸਿੱਖੋ ਮੇਟ ਨਹੀਂ ਸਕਦਾ ਹੈ। ਜਾਂ ਕੀਤੇ ਹੋਏ ਕਰਮ ਜਿਹੜੇ ਹੈ ਉਹ ਸਾਧ ਸੰਗਤ ਜੀ ਅੰਤःਕਰਣ ਦੇ ਅੰਦਰ ਉਹਨਾਂ ਦਾ ਜਿਹੜਾ ਹੈ, ਜੇ ਬੁਰੇ ਕਰਮ ਕੀਤੇ ਹੈ ਤੇ ਪਾਪ ਦਾ ਬੋਝ ਬਣਿਆ ਰਹਿੰਦਾ ਹੈ। ਜੇ ਪੁੰਨ ਕਰਮ ਕੀਤੇ ਹੈ ਤੇ ਫਲ ਦੇ ਪ੍ਰਾਪਤੀ ਦੀ ਚੇਸ਼ਟਾ ਜਿਹੜੀ ਹੈ, ਇੱਛਾ ਜਿਹੜੀ ਹੈ,
ਉਹ ਬਣੀ ਰਹਿੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਪੂਰੇ ਗੁਰੂ ਜੀ ਜਦੋਂ ਨਾਮ ਦੀ ਦਾਤ ਦਿੰਦੇ ਆ ਨਾ, ਫਿਰ ਸਾਧ ਸੰਗਤ ਜੀ ਅੰਤःਕਰਣ ਦੇ ਅੰਦਰੋਂ ਪਾਪਾਂ ਦਾ ਡਰ ਵੀ ਚੱਕ ਦਿੰਦੇ ਐ, ਤੇ ਜਿਹੜੀ ਪੁੰਨ ਕਰਮ ਦੇ ਫਲ ਦੀ ਇੱਛਾ ਲੱਗੀ ਹੁੰਦੀ ਹੈ ਉਹ ਵੀ ਛੋਟੀ ਭਾਸਣ ਲੱਗ ਪੈਂਦੀ ਹੈ ਜਦੋਂ ਵੱਡਾ ਹੀ ਫਲ ਪ੍ਰਾਪਤ ਹੋ ਜਾਵੇ। ਇਸ ਕਰਕੇ ਉਹ ਵੀ ਚੇਸ਼ਟਾ ਛੁੱਟ ਜਾਂਦੀ ਹੈ ਫਿਰ। ਤੇ ਨਹੀਂ ਤਾਂ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਨੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਲੇਖ ਪਾਇਆ ਨਾ, ਉਹਨੂੰ ਹਜ਼ੂਰ ਕਹਿੰਦੇ ਕੋਈ ਮੇਟਣ ਦੇ ਸਮਰੱਥ ਨਹੀਂ ਹੈ। ਬੜੇ ਬੜੇ ਸਮਰੱਥਾਂ ਨੂੰ ਕੀਤੇ ਹੋਏ ਕਰਮਾਂ ਦੇ ਜਿਹੜੇ ਸੀ ਨਾ, ਉਹਨਾਂ ਮੁਤਾਬਕ ਲੇਖ ਪਏ ਤੇ ਉਹ ਭੋਗਣੇ ਪਏ। ਬੜੇ ਪ੍ਰਮਾਣ ਹਨ। ਤੋ ਸਾਧ ਸੰਗਤ ਜੀ, ਜਿਵੇਂ ਚੰਦਰਮਾ ਨੂੰ ਮੰਨਿਆ ਜਾਂਦਾ ਹੈ, ਦੇਵਤਾ ਸਮਝ ਕੇ ਪੂਜਦੇ ਐ। ਸਤਿਗੁਰੂ ਜੀ ਦੀ ਬਾਣੀ ਵਿੱਚ ਭਗਤ ਤ੍ਰਿਲੋਚਨ ਜੀ ਕਹਿੰਦੇ ਐ, ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ। ਕਹਿੰਦੇ ਜਿਹੜਾ ਚੰਦਰਮਾ ਨਾ, ਇਹਨੂੰ ਸ਼ਿਵ ਜੀ ਨੇ ਆਪਣੇ ਮਸਤਕ 'ਚ ਧਾਰਨ ਕੀਤਾ ਹੋਇਆ ਹੈ। ਇਹ ਸਨਾਤਨੀ ਮਤ ਦੇ ਮੁਤਾਬਕ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਜਦੋਂ ਭਗਤ ਤ੍ਰਿਲੋਚਨ ਜੀ ਦੇ ਘਰੋਂ ਮਾਤਾ ਕੋਲੋਂ ਪਛਤਾਵਾ ਕੀਤਾ ਕਿ ਮੈਂ ਨਹੀਂ ਸੀ, ਨਿਰੰਕਾਰ ਨੇ ਰੂਪ ਧਾਰ ਕੇ ਸਾਡੀ ਸੇਵਾ ਕੀਤੀ ਤੇ ਮੈਨੂੰ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ, ਤੋ ਕਿਹਾ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਉਹ ਬੁਰਾ ਕਰਮ ਵੀ ਸੇਵਾ ਕੀਤੀ ਹੈ ਤੇ ਉਹ ਚੰਗਾ ਕਰਮ ਵੀ ਤੇਰਾ ਹੀ ਹੈ। ਜੇ ਤੂੰ ਨਿੰਦਿਆ ਕਰ ਦਿੱਤੀ ਹੈ ਤੇ ਬੁਰਾ ਕਰਮ ਵੀ ਨਿੰਦਿਆ ਦਾ ਤੇਰਾ ਹੀ ਹੈ, ਉਹਦਾ ਫਲ ਵੀ ਮਿਲੇਗਾ। ਫਿਰ ਪੁੱਛਿਆ ਕਿ ਮਹਾਰਾਜ ਇਹ ਫਲ ਸਭ ਨੂੰ ਭੁਗਤਣੇ ਪੈਂਦੇ, ਉਹਦੇ ਵਿੱਚ ਬੜੇ ਬੜੇ ਸਮਰੱਥਾਂ ਦਾ ਜ਼ਿਕਰ ਕੀਤਾ, ਮੈਂ ਤਾਂ ਕੇਵਲ ਚੰਦਰਮਾ ਦਾ ਹੀ ਜ਼ਿਕਰ ਕਰਕੇ, ਕਿਉਂਕਿ ਉਸ ਸ਼ਬਦ ਦਾ ਹੀ ਫਿਰ ਵਿਸਥਾਰ ਹੋ ਜਾਏਗਾ ਸਾਰਾ। ਕਹਿਣ ਤੋਂ ਭਾਵ ਕਿ ਚੰਦਰਮਾ ਜਿਹੜਾ ਹੈ, ਸ਼ਿਵ ਜੀ ਇੱਕ ਦੇਵਤਾ ਖੁਦ ਮੰਨਿਆ ਹੋਇਆ। ਸੰਕਰਾ ਮਸਤਕ ਬਸਤਾ, ਉਸ ਦੇ ਮਸਤਕ ਵਿੱਚ ਬਸਤਾ ਰਹਿੰਦਾ ਹੈ। ਤੇ ਫਿਰ ਗੰਗਾ ਵੀ ਜਿਹੜੀ ਹੈ ਕਹਿੰਦੇ ਸ਼ਿਵ ਜੀ ਦੇ ਜਟਾਂ 'ਚੋਂ ਪ੍ਰਗਟ ਹੋਈ ਹੈ। ਤੇ ਫਿਰ ਸੁਰਸਰੀ ਇਸ਼ਨਾਨ ਰੇ, ਗੰਗਾ ਦੇ ਵਿੱਚ ਸਦਾ ਹੀ ਇਸ਼ਨਾਨ ਕਰਦਾ ਹੈ ਚੰਦਰਮਾ। ਤਾਂ ਫਿਰ ਸਾਧ ਸੰਗਤ ਜੀ, ਪਰ ਕਰਮ ਕਰ ਕਲੰਕ ਮਫੀਟ ਸਰੀ, ਕੀਤੇ ਹੋਏ ਕਰਮ ਦਾ ਕਲੰਕ ਲੱਗਾ ਨਾ ਚੰਦਰਮਾ ਨੂੰ। ਤੇ ਜਦੋਂ ਤੱਕ ਇਹ ਕਾਇਨਾਤ ਹੈ, ਇਹਦਾ ਕੀਤਾ ਹੋਇਆ ਕਰਮ ਕੌਣ ਮੇਟੇ ਹੁਣ। ਫਿਰ ਆਪਣੇ ਗੁਰੂ ਤੋਂ ਹੀ ਬੁੱਧ ਤੋਂ ਸਰਾਪ ਲਿਆ ਸੀ ਕੁਕਰਮ ਕਰਕੇ, ਤਾਂ ਉਹਨਾਂ ਕਿਹਾ ਸੀ ਜਾ ਤੂੰ ਵੱਧਦਾ ਘਟਦਾ ਰਹੇਗਾ। ਫਿਰ ਵੱਧਦਾ ਵੀ ਹੈ ਘਟਦਾ ਵੀ ਹੈ ਚੰਦਰਮਾ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਰਿਹਾ ਹੈ। ਉੱਥੇ ਸਿੱਖਿਆ ਇਹ ਦਿੱਤੀ ਹੈ, ਕਈ ਗੁਰਬਾਣੀ ਨੂੰ ਪੜ੍ਹਦੇ ਆ ਤੇ ਕਹਿੰਦੇ ਵੇਖੋ ਜੀ ਦੇਵੀ ਦੇਵਤਿਆਂ ਬਾਰੇ ਕਾਹਨੂੰ ਲਿਖਣਾ ਸੀ। ਉੱਥੇ ਜ਼ਿਕਰ ਇਹ ਕੀਤਾ ਹੈ ਕਿ ਜਿਹੜੇ ਏਡੇ ਏਡੇ ਸਮਰੱਥ ਹੋਏ ਦੇਵੀ ਦੇਵਤੇ ਜਿਨ੍ਹਾਂ ਨੂੰ ਲੋਕ ਪੂਜਦੇ ਆ, ਉਹ ਵੀ ਕਰਮਾਂ ਦਾ ਲੇਖ ਭੋਗਦੇ ਆ। ਸ੍ਰੀ ਰਾਮ ਚੰਦਰ ਜੀ ਏਡੇ ਸਮਰੱਥ ਅਵਤਾਰ ਹੋਏ, ਪਰ ਉਹਨਾਂ ਦਾ ਅਵਤਾਰ ਹੀ ਸਾਧ ਸੰਗਤ ਜੀ ਜਿਹੜਾ ਹੈ, ਨਾਰਦ ਮੁਨੀ ਨੇ ਸ਼ਰਾਪ ਦਿੱਤਾ ਸੀ। ਤੇ ਤਾਂ ਕਿਹਾ ਕਿ ਜਿਸ ਇਸਤਰੀ ਲਈ ਮੈਨੂੰ ਇੰਨਾ ਜਲੀਲ ਕੀਤਾ, ਜਦ ਤੁਹਾਡੀ ਵੀ ਗਵਾਚ ਜਾਏਗੀ ਤੇ ਧਰਤੀ ਤੇ ਮਨੁੱਖਾਂ ਵਾਂਗ ਰੋਂਦੇ ਫਿਰੋਗੇ। ਇਹ ਸਭ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਆ ਜਿਹੜੀ ਕਰਮਾਂ ਦੀ ਗਤਾ ਗਤੀ ਹੈ ਬੜੀ ਬਲਵਾਨ ਹੈ। ਕਿਰਤ ਪਿਆ ਨਹਿ ਮੇਟੈ ਕੋਏ। ਫਿਰ ਪੰਕਤੀ ਪੜ੍ਹ ਦਿਓ। ਕਿਰਤ ਪਿਆ ਨਹਿ ਮੇਟੈ ਕੋਏ। ਜਿਹੜਾ ਕੀਤੇ ਹੋਏ ਕਿਰਤ ਦਾ ਹੁੰਦਾ ਹੈ, ਕੀਤੇ ਹੋਏ ਜਿਹੜੇ ਕਰਮ ਹਨ ਉਹਨਾਂ ਦੇ ਮੁਤਾਬਕ ਮੱਥੇ ਤੇ ਲੇਖ ਪਿਆ ਹੈ। ਇਸੇ ਕਰਕੇ ਹਜੂਰ ਨੇ ਕਿਹਾ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਅਸੀਂ ਤੁਹਾਡੇ ਤੋਂ ਜੇ ਵਿਛੜੇ ਆ ਤੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੀ ਵਿਛੜ ਗਏ ਆ। ਮਸਤਕ ਦੇ ਉੱਤੇ ਲੇਖ ਪੈਂਦਾ ਹੈ। ਜਿਹੜਾ ਕਹੇ ਕਿ ਵੇਖੋ ਹੁਣ ਸੰਗਤ ਕਰਨ ਦਾ ਕੀ ਫਲ ਵੈ, ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਜੀ ਜਿਹੜਾ ਭਰੋਸੇ ਨਾਲ ਮਹਾਰਾਜ ਦੀ ਸੰਗਤ ਕਰਦਾ ਰਹਿੰਦਾ ਹੈ,
ਇਹ ਕਰਮ ਐਸਾ ਜਦੋਂ ਕਮਾਉਂਦਾ ਹੈ ਤੇ ਇਹ ਕੀਤੇ ਹੋਏ ਕਰਮਾਂ ਕਰਕੇ ਮਹਾਰਾਜ ਫਿਰ ਪ੍ਰਾਪਤੀ ਦਾ ਲੇਖ ਵੀ ਪਾ ਦਿੰਦੇ ਆ। ਇਸ ਕਰਕੇ ਸੰਗਤ ਕਰਦਿਆਂ, ਨਾਮ ਜਪਦਿਆਂ ਕਦੇ ਮਨ ਨੂੰ ਡਲਾਉਣਾ ਨਹੀਂ ਚਾਹੀਦਾ। ਇਸ ਸ਼ੁਭ ਕਰਮ ਦਾ ਬੀਜ ਬੀਜਣਾ ਚਾਹੀਦਾ ਹੈ। ਗੁਰੂ ਜੀ ਦੇ ਨੇੜੇ ਇਹੀ ਲੈ ਕਰਕੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਪਿਆ ਹੋਇਆ ਜਿਹੜਾ ਮੱਥੇ ਦੇ ਉੱਤੇ ਲੇਖ ਹੈ ਨਾ, ਉਹ ਕੀਤੇ ਹੋਏ ਕਰਮਾਂ ਕਰਕੇ ਪਿਆ ਹੈ ਤੇ ਇਹਨੂੰ ਹਜੂਰ ਕਹਿੰਦੇ ਕੋਈ ਮੇਟਣ ਦੇ ਸਮਰੱਥ ਨਹੀਂ। ਪੂਰੇ ਗੁਰੂ ਜੀ ਆਪ ਨਿਰੰਕਾਰ ਦਾ ਅਵਤਾਰ ਨੇ, ਇਸ ਕਰਕੇ ਸਮਰੱਥਾ ਦੇ ਮਾਲਕ ਹਨ ਆਪ। ਹਜੂਰ ਜਦੋਂ ਚਾਹਣ ਸਿੱਖ ਦੇ ਮਸਤਕ ਤੋਂ ਲੇਖ ਮੇਟ ਸਕਦੇ ਆ, ਜਦੋਂ ਚਾਹਣ ਕਰਮਾਂ ਦੀ ਫਾਹੀ ਗਲੋਂ ਮਹਾਰਾਜ ਲਾ ਸਕਦੇ ਆ। ਜਿਵੇਂ ਭਾਈ ਸਮੀਰ ਦੀ ਲਾਹਤੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਕਹਿੰਦਾ ਮਹਾਰਾਜ ਜੰਮਣ ਮਰਨੀ ਕੱਟੋ, ਤੇ ਸਤਿਗੁਰੂ ਗਰੀਬ ਨਵਾਜ ਨੇ ਸੁਪਨੇ 'ਚ ਹੀ ਭੁਗਤਾ ਕੇ ਸਾਰਾ ਕੁਝ ਕੱਟ ਦਿੱਤਾ ਸੀ। ਵੇਖੋ ਦੁੱਖ ਤਾਂ ਭੋਗਿਆ ਪਰ ਸੁਪਨੇ 'ਚ ਭੋਗ ਲਿਆ। ਸੁਪਨੇ 'ਚ ਤਾਂ ਦੁਖੀ ਹੋ ਹੀ ਰਿਹਾ ਹੋਊਗਾ ਨਾ ਉਹਨਾਂ ਸਾਰਾ ਕੁਝ ਵੇਖ ਕਰਕੇ, ਪਰ ਉਹ ਜਿਹੜਾ ਕਿੰਨਿਆਂ ਜੂਨਾਂ ਵਿੱਚ ਜਾਣਾ ਸੀ, ਕਿੰਨੇ ਸਾਲਾਂ ਦੀ ਜਿਹੜੀ ਉਹ ਦੁੱਖ ਭੋਗਣੇ ਸੀਗੇ, ਸਤਿਗੁਰਾਂ ਜੀ ਨੇ ਏਡੀ ਕਿਰਪਾ ਕੀਤੀ, ਸੁਪਨੇ ਦੀ ਸਭ ਕੁਝ ਭੁਗਤਾਤਾ। ਇਹ ਮਹਾਰਾਜ ਜੀ ਸਮਰੱਥ ਹੈ, ਕੋਈ ਹੋਰ ਨਹੀਂ। ਕਰਮਾਂ ਦੀ ਸਾਧ ਸੰਗਤ ਜੀ ਲੇਖ ਨੂੰ ਮੇਟਣ ਦੇ ਸਮਰੱਥ। ਸਤਿਗੁਰੂ ਜੀ ਕਹਿੰਦੇ ਜਿਹੜਾ ਕੀਤੇ ਹੋਏ ਕਰਮਾਂ ਦਾ ਲੇਖ ਮਸਤਕ ਤੇ ਪਿਆ ਹੈ, ਉਹਨੂੰ ਕੋਈ ਵੀ ਗੁਰਸਿੱਖੋ ਮੇਟ ਨਹੀਂ ਸਕਦਾ ਪੂਰੇ ਗੁਰੂ ਤੋਂ ਬਿਨਾ। ਕਿਆ ਜਾਣਾ ਕਿਆ ਆਗੇ ਹੋਏ, ਕੀ ਜਾਣੀਏ ਕਿ ਅੱਗੇ ਪਰਲੋਕ ਵਿੱਚ ਕੀ ਵਾਪਰੇਗਾ, ਫਿਰ ਕੀ ਹੋਵੇਗਾ। ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਸਾਧ ਸੰਗਤ ਜੀ ਜੀਵ ਇੱਥੇ ਸੁਛੰਦ ਹੋ ਕਰਕੇ ਕਰਦਾ ਹੈ, ਤੇ ਪਰ ਪਰਲੋਕ ਦੀ ਬਾਬਤ ਨਹੀਂ ਜਾਣਦਾ ਕਿ ਅੱਗੇ ਕੀ ਵਾਪਰੇਗਾ। ਜਿਹੜੇ ਮੰਦ ਕਰਮੀ ਹੈ ਉਹ ਪਰਲੋਕ ਦੀ ਹਾਲਤ ਨੂੰ ਥੋੜੋ ਜਾਣਦੇ ਆ। ਜੇ ਪਤਾ ਲੱਗ ਜੇ ਕਿ ਇਸ ਕਰਮ ਦੇ ਨਾਲ ਆਹ ਸਜ਼ਾ ਮਿਲਦੀ, ਫਿਰ ਕਾਹਨੂੰ ਕਰਨ, ਫਿਰ ਨਹੀਂ ਕਰਨ। ਪਰ ਪਤਾ ਨਹੀਂ ਹੈ ਉਹਨਾਂ ਨੂੰ। ਕੀ ਜਾਣੀਏ, ਕੀ ਜਾਣਦੇ ਆ ਜੀਵ ਕਿ ਅੱਗੇ ਕੀ ਹੋਵੇਗਾ। ਫਿਰ ਜਿਹੜੇ ਸਤਸੰਗਤ ਦਾ ਕਰਮ ਕਮਾਉਂਦੇ ਆ, ਉਹ ਸੰਗਤ ਕਰਦੇ ਹੋਏ ਵੀ ਜਾਣ ਨਹੀਂ ਪਾਉਂਦੇ ਕਿ ਇਹਦਾ ਫਲ ਕਿੱਡਾ ਕੁ ਵੱਡਾ ਹੈ। ਭਾਵੇਂ ਸੁਣਦੇ ਤਾਂ ਹਨ ਪਰ ਮਨ ਅਨੁਭਵ ਨਹੀਂ ਕਰ ਪਾਉਂਦਾ ਹੈ। ਉਹ ਤਾਂ ਜਿਨ੍ਹਾਂ ਨੇ ਇਹਦਾ ਫਲ ਪਾਇਆ ਉਹ ਦੱਸਦੇ ਆ ਕਿ ਕਬੀਰ ਏਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਉਹ ਲਾਭ ਹੀ ਹੈ ਤੈਨੂੰ, ਪਰ ਜੀਵ ਜਿਹੜਾ ਹੈ ਅਲਪੱਗ ਭੁੱਲਿਆ ਹੁੰਦਾ ਹੈ। ਇਹਨੂੰ ਨਹੀਂ ਪਤਾ ਕਿ ਇਹਦਾ ਕਿੱਡਾ ਕੁ ਵੱਡਾ ਫਲ ਹੈ ਅੱਗੇ ਪ੍ਰਾਪਤ ਹੋਣਾ। ਤੋ ਇਸ ਪ੍ਰਕਾਰ ਹੀ ਕਿਆ ਜਾਣਾ ਕਿਆ ਆਗੇ ਹੋਏ। ਅੱਗੇ ਸਾਧ ਸੰਗਤ ਜੀ ਕੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਸਾਡਾ ਅੱਗਾ ਏ। ਕੀ ਜਾਣਦਾ ਜੀਵ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਿ ਅੱਗੇ ਘੜੀ ਪਲ ਜਿਹੜਾ ਹੁਣ ਆਉਣ ਵਾਲਾ ਕੀ ਹੋ ਜਾਣਾ ਅੱਗੇ, ਕੁਛ ਨਹੀਂ ਪਤਾ ਹੈ। ਕੀਤੇ ਹੋਏ ਕਰਮਾਂ ਦੇ ਮੁਤਾਬਕ ਸਭ ਕੁਝ ਸਾਧ ਸੰਗਤ ਜੀ ਵਰਤ ਰਿਹਾ ਹੈ, ਤੇ ਜੀਵ ਇਸੇ ਕਰਕੇ ਘਬਰਾਏ ਰਹਿੰਦੇ ਐ, ਕਿਉਂਕਿ ਅਗਲੇ ਸਮੇਂ ਦਾ ਨਹੀਂ ਪਤਾ। ਕੀ ਜਾਣੀਏ ਕੱਲ ਨੂੰ ਕੀ ਹੋ ਜਾਵੇ, ਇਹ ਜੀਆਂ ਨੂੰ ਨਹੀਂ ਪਤਾ। ਕਿਆ ਜਾਣਾ ਕਿਆ ਆਗਾ ਹੋਏ, ਕਿ ਅੱਗੇ ਕੀ ਹੋਵੇਗਾ, ਕੱਲ ਨੂੰ ਕੀ ਹੋਵੇਗਾ, ਇਉਂ ਜੀਵਾਂ ਕੋਲੋਂ ਜਾਣਿਆ ਨਹੀਂ ਜਾਂਦਾ। ਜੋ ਕੁਝ ਕਰਮ ਕੀਤੇ ਐ ਉਹਨਾਂ ਕਰਮਾਂ ਦੇ ਮੁਤਾਬਕ ਹੀ ਸਭ ਕੁਝ ਜੀਵ ਨੂੰ ਸਾਧ ਸੰਗਤ ਜੀ ਭੋਗਣਾ ਪੈਂਦਾ। ਇਹ ਕਦੇ ਭੋਗੀ ਬਣ ਜਾਂਦਾ, ਕਦੇ ਰੋਗੀ ਹੋ ਜਾਂਦਾ, ਕਦੇ ਸੋਗੀ ਹੋ ਜਾਂਦਾ, ਕਦੇ ਜੋਗੀ ਬਣ ਬੈਠਦਾ। ਇਹ ਕਰਮਾਂ ਕਰਕੇ ਹੀ ਹੈ। ਜੋ ਕੁਝ ਵੀ ਇਹਨੂੰ ਦੁੱਖ ਤੇ ਸੁੱਖ ਮਿਲ ਰਹੇ ਹੈ ਇਹ ਕਰਮਾਂ ਕਰਕੇ ਹੀ ਹੈ। ਚੰਗਾ ਸੁਭਾਅ, ਮਾੜਾ ਸੁਭਾਅ, ਇਹ ਕਰਮਾਂ ਕਰਕੇ ਹੀ ਹੈ ਸਭ ਕੁਝ। ਤੇ ਮਹਾਰਾਜ ਨੇ ਕਿਹਾ ਕਿ ਉਹ ਕਰਮਾਂ ਦੇ ਮੁਤਾਬਕ ਜੀਵ ਭੋਗਦਾ ਹੈ ਆ ਕਰਕੇ। ਫਿਰ ਇਸ ਸੰਸਾਰ ਦੇ ਅੰਦਰ ਕੋਈ ਨਹੀਂ ਮੇਟਣ ਨੂੰ ਸਮਰੱਥ। ਤੇ ਇਸ ਕਰਕੇ ਕੀ ਜਾਣੀਏ ਕਿ ਜੀਵ ਤੇਰੇ ਨਾਲ ਅੱਗੇ ਕੀ ਵਾਪਰੇ। ਫਿਰ ਹੁਣ ਜੀਵ ਨਹੀਂ ਨਾ ਜਾਣਦੇ ਇਸ ਗੱਲ ਨੂੰ ਕਿ ਕੀਤੇ ਹੋਏ ਕਰਮ ਕਦੋਂ ਆ ਕਰਕੇ ਸਾਹਮਣੇ ਖਲੋ ਜਾਣਗੇ ਫਲ ਭੁਗਤਾਉਣ ਵਾਸਤੇ, ਤੇ ਉਹ ਉਹਨਾਂ ਦਾ ਫਲ ਦੁੱਖ ਪ੍ਰਗਟ ਹੋ ਜਾਵੇਗਾ। ਕੀ ਪਤਾ ਕਿ ਚੰਗਾ ਕੀਤਾ ਹੋਇਆ ਕਰਮ ਜਦੋਂ ਸਾਹਮਣੇ ਆ ਗਿਆ
ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਫਿਰ ਕੀ ਹੋਣਾ? ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਕਿਸੇ ਪਿਆਰੇ ਦੀ ਸੰਗਤ ਹੋ ਜਾਵੇਗੀ। ਜੀਵ ਨੂੰ ਆਪੂ ਨਹੀਂ ਪਤਾ ਹੈ ਕਿ ਕਰਮ ਜਿਹੜਾ ਕੀਤਾ ਹੋਇਆ ਉਹ ਕਦੋਂ ਸਾਹਮਣੇ ਆ ਕਰਕੇ ਖਲੋਣਾ ਹੈ, ਕਿਉਂਕਿ ਕੀਤੇ ਹੋਏ ਕਰਮਾਂ ਮੁਤਾਬਕ ਹੀ ਲੇਖ ਮਸਤਕ ਦੇ ਪਿਆ ਹੈ। ਹਜੂਰ ਕਹਿੰਦੇ ਨਹੀਂ ਜਾਣਿਆ ਜਾਂਦਾ ਜੀਵ ਕੋਲੋਂ ਕਿ ਅੱਗੇ ਕੀ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਕੀ ਵਾਪਰੇਗਾ। ਜੋ ਤਿਸ ਭਾਣਾ ਸੋਏ ਹੁਆ। ਪਰ ਗੁਰਮੁਖ ਸੰਗਤ ਕਰਕੇ ਉਹ ਜਾਣ ਲੈਂਦੇ ਆ ਕਿ ਜੋ ਤਿਸ ਭਾਣਾ, ਮਹਾਰਾਜ ਜੋ ਤੈਨੂੰ ਭਾਉਂਦਾ ਨਾ ਸੋਈ ਹੁਆ, ਉਹ ਪਹਿਲੋਂ ਹੋਇਆ, ਹੁਣ ਵੀ ਉਹੋ ਹੀ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਉਹੋ ਹੀ ਹੋਊਗਾ ਜੋ ਆਪ ਨੂੰ ਭਾਉਂਦਾ ਹੈ। ਇਸ ਕਰਕੇ ਉਹਨਾਂ ਦਾ ਮਨ ਸਾਧ ਸੰਗਤ ਜੀ ਭਾਣੇ ਵਿੱਚ ਆ ਜਾਂਦਾ ਹੈ। ਤੇ ਜਿਹੜੇ ਮਹਾਰਾਜ ਦੇ ਕਰਮਾਂ ਦੇ ਮੁਤਾਬਕ ਲਿਖੇ ਹੋਏ ਲੇਖ ਮੁਤਾਬਕ ਦੁੱਖ ਮਿਲਦਾ ਹੈ, ਤੇ ਸਾਧ ਸੰਗਤ ਜੀ ਦੁੱਖ ਨੂੰ ਪਾ ਕਰਕੇ ਪਰਮੇਸ਼ਰ ਦੇ ਅੰਦਰ ਹੀ ਦੋਸ਼ਣ ਅਰੂਪਣ ਕਰਨ ਲੱਗ ਜਾਂਦੇ ਆ। ਮਹਾਰਾਜ ਦਾ ਵਾਰਾਂ ਵਿੱਚ ਉਪਦੇਸ਼ ਆਇਆ ਸੀ ਨਾ, ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ। ਸੁਖ ਦੁੱਖ ਦੋਇ ਦਰ ਕਪਰੈ, ਪਹਿਰੈ ਜਾਏ ਮਨੁੱਖ। ਜਿੱਥੈ ਬੋਲਣ ਹਾਰੀਐ, ਤਿੱਥੈ ਚੰਗੀ ਚੁੱਪ। ਸਤਿਗੁਰੂ ਜੀ ਕਹਿੰਦੇ ਭਾਈ ਬੋਲ ਕੇ ਪਰਮੇਸ਼ਰ ਨਾਲ ਕੋਈ ਪੂਰਾ ਥੋੜੋ ਪੈ ਸਕਦਾ ਹੈ। ਉਥੇ ਤਾਂ ਭਾਣਾ ਮੰਨ ਲੈਣਾ ਚਾਹੀਦਾ, ਚੁੱਪ ਧਾਰ ਕੇ ਸਹਿ ਲੈਣਾ ਚਾਹੀਦਾ, ਫਿਰ ਵੀ ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਫਿਰ ਕਿਰਪਾ ਕਰਕੇ ਦੁੱਖ ਕੱਟ ਦਿੰਦੇ ਐ। ਜਿਹੜਾ ਇਹ ਬੋਲਣਾ ਨਾ ਮੈਨੂੰ ਦੁੱਖ ਕਿਉਂ ਦਿੱਤਾ ਹੈ, ਮਹਾਰਾਜ ਕਹਿੰਦੇ ਆ ਨਾਨਕ ਬੋਲਣ ਝਖਣਾ, ਉਹ ਝਖਾਂ ਹੀ ਮਾਰਨ ਦੇ ਬਰਾਬਰ ਹੈ। ਦੁੱਖਾਂ ਨੂੰ ਛੱਡ ਛੱਡ ਕੇ ਜੀਵ ਸੁੱਖ ਮੰਗਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਇਹ ਜਿਹੜਾ ਦੁੱਖ ਹੈ ਇਹ ਜੀਵ ਤੂੰ ਚਾਹੁੰਦਾ ਨਹੀਂ, ਸੁੱਖ ਨੂੰ ਤੂੰ ਚਾਹੁੰਦਾ ਹੈ। ਪਰ ਵੇਖ ਸੁੱਖ ਤੇਰੇ ਚਾਹੁੰਦਿਆਂ ਹੋਇਆਂ ਵੀ ਤੇਰੇ ਕੋਲੋਂ ਚਲਿਆ ਗਿਆ ਹੈ। ਦੁੱਖ ਨੂੰ ਤੂੰ ਚਾਹੁੰਦਾ ਨਹੀਂ ਤਾਂ ਵੀ ਆਇਆ ਹੈ। ਪਰ ਵੇਖ ਨਾ ਦੁੱਖ ਤੇਰੇ ਹੱਥ ਵਿੱਚ ਹੈ, ਨਾ ਸੁੱਖ ਤੇਰੇ ਹੱਥ ਵਿੱਚ ਹੈ। ਇਸ ਕਰਕੇ ਤੂੰ ਇਹ ਜਾਣ ਕਿ ਤੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਤੈਨੂੰ ਇਹ ਸਭ ਕੁਝ ਪ੍ਰਾਪਤ ਹੋ ਰਿਹਾ ਹੈ। ਤੇ ਜਿਹੜੇ ਸਾਧ ਸੰਗਤ ਜੀ ਪਰਮੇਸ਼ਰ ਦੇ ਭਾਣੇ 'ਚ ਆ ਜਾਂਦੇ ਐ, ਉਹ ਫਿਰ ਸੁਖੀ ਹੋ ਜਾਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਕਰਮਾਂ ਦਾ ਭੁਗਤਾਨ ਤਾਂ ਕਰ ਦਿੰਦੇ ਆ, ਪਰ ਵੇਖਦੇ ਰਜਾ 'ਚ ਆ ਗਿਆ ਹੈ, ਫਿਰ ਉਹਨੂੰ ਦੁੱਖ ਦੁੱਖ ਕਰਕੇ ਵਿਆਪਦੇ ਨਹੀਂ। ਸੁੱਖ ਜਿਹੜੇ ਆ ਉਹ ਲਪਾਇਮਾਨ ਨਹੀਂ ਕਰਦੇ, ਤੇ ਉਹ ਦੋਹਾਂ ਅਵਸਥਾ ਤੋਂ ਫਿਰ ਛੁੱਟਦਾ ਹੈ। ਹਜੂਰ ਫਰਮਾਉਂਦੇ ਹਨ, ਜੋ ਤਿਸ ਭਾਣਾ ਸੋਏ ਹੁਆ। ਜਿਹੜਾ ਸਾਧ ਸੰਗਤ ਜੀ ਪਰਮੇਸ਼ਰ ਨੂੰ ਭਾ ਗਿਆ ਨਾ, ਫਿਰ ਉਹ ਪਰਮੇਸ਼ਰ ਦਾ ਹੀ ਸਰੂਪ ਹੁਆ ਹੋ ਜਾਂਦਾ ਹੈ। ਜਿਹੜੇ ਮਹਾਰਾਜ ਤੈਨੂੰ ਭਾ ਜਾਂਦੇ ਆ ਨਾ, ਉਹ ਤੇਰਾ ਹੀ ਰੂਪ ਹੋ ਜਾਂਦੇ ਆ, ਭਾਣਾ ਮਿੱਠਾ ਕਰਕੇ ਮੰਨਦੇ ਆ। ਅਵਰ ਨਾ ਕਰਨ ਵਾਲਾ ਦੁਆ। ਉਹ ਜਾਣਦੇ ਆ ਗੁਰਮੁਖ ਕਿ ਹੋਰ ਕਰਨ ਵਾਲਾ ਸੰਸਾਰ ਨੂੰ ਜਾਂ ਇਹ ਸਾਰੇ ਕਾਰਜਾਂ ਨੂੰ ਕੋਈ ਦੂਸਰਾ ਨਹੀਂ ਪਰਮੇਸ਼ਰ ਤੋਂ ਬਿਨਾ। ਜੇ ਸੁੱਖ ਮਿਲਦੇ ਆ ਤੇ ਕਹਿੰਦਾ ਮੈਂ ਕਮਾਏ ਆ, ਦੁੱਖ ਮਿਲਦਾ ਤੇ ਕਹਿੰਦਾ ਕਿਉਂ ਦਿੱਤਾ ਮੈਨੂੰ, ਉਦੋਂ ਪਰਮੇਸ਼ਰ ਦੇ ਉੱਤੇ ਆਰੋਪਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਇਹ ਤੇਰੀ ਅਗਿਆਨਤਾ ਹੈ। ਸੁੱਖ ਜਦੋਂ ਮਿਲਦੇ ਉਦੋਂ ਤੂੰ ਉਹਦੇ ਦਿੱਤੇ ਨਹੀਂ ਸਮਝਦਾ, ਸ਼ੁਕਰਾਨਾ ਨਹੀਂ ਕਰਦਾ। ਉਦੋਂ ਕਹਿੰਦਾ ਕਿ ਮੈਂ ਆਪ ਸੁੱਖ ਪ੍ਰਾਪਤ ਕੀਤੇ ਆ ਬੜੀ ਮਿਹਨਤ ਨਾਲ, ਬੜੀ ਲਿਆਕਤ ਦੇ ਨਾਲ। ਦੁੱਖ ਆਉਂਦਾ ਤੇ ਫਿਰ ਤੂੰ ਪਰਮੇਸ਼ਰ ਦੇ ਉੱਤੇ ਆਰੋਪਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਅਵਰ ਨਾ ਕਰਨ ਵਾਲਾ ਦੁਆ। ਹੋਰ ਕੋਈ ਕਰਨ ਵਾਲਾ ਮਹਾਰਾਜ ਕਹਿੰਦੇ ਦੁੱਖਾਂ ਤੇ ਸੁੱਖਾਂ ਨੂੰ ਦੂਸਰਾ ਨਹੀਂ ਹੈ। ਤੇਰੇ ਮਸਤਕ ਦੇ ਉੱਤੇ ਲਿਖੇ ਹੋਏ ਕਰਮਾਂ ਨੂੰ ਕਰਨ ਵਾਲਾ ਕੋਈ ਦੂਸਰਾ ਨਹੀਂ ਹੈ। ਇਹ ਸਾਰੇ ਕਾਰਜ ਸੰਸਾਰ ਦੀ, ਕਾਇਨਾਤ ਦੀ ਜਿੰਨੀ ਵੀ ਹਰਕਤ ਵੈ ਉਹ ਆਪ ਹੀ ਕਰਨ ਵਾਲਾ ਹੈ। ਹਵਾ ਵੀ ਹੁਕਮ 'ਚ ਹੀ ਚੱਲਦੀ ਹੈ, ਸੂਰਜ ਚੰਦਰਮਾ ਸਭ ਹੁਕਮ 'ਚ ਚੱਲਦੇ ਹੈ, ਖੰਡ ਬ੍ਰਹਮੰਡ ਉਹਦੇ ਹੁਕਮ 'ਚ ਹੀ ਹੈ। ਕੋਈ ਕਰਨ ਵਾਲਾ ਹੋਰ ਦੂਸਰਾ ਨਹੀਂ ਪਰਮੇਸ਼ਰ ਤੋਂ ਬਿਨਾ। ਨਾ ਜਾਣਾ ਕਰਮ ਕੇਵੜ ਤੇਰੇ ਦਾਤ। ਮਹਾਰਾਜ ਮੈਂ ਨਹੀਂ ਜਾਣਦਾ ਕਿ ਮੇਰੇ ਕਰਮਾਂ ਦਾ ਫਲ ਕੀ ਪ੍ਰਾਪਤ ਹੋਵੇਗਾ, ਕੀਤੇ ਹੋਏ ਕਰਮ ਦਾ ਫਲ ਕਿੱਡਾ ਕੁ ਵੱਡਾ ਪ੍ਰਾਪਤ ਹੋਵੇਗਾ।
ਜੇ ਪਾਪ ਕਰਮ ਕੀਤਾ ਤੇ ਸਾਧ ਸੰਗਤ ਜੀ ਉਹ ਵੀ ਜੀਵ ਜਾਣਦਾ ਨਹੀਂ ਕਿ ਇਹਦਾ ਫਲ ਕਿੱਡਾ ਕੁ ਵੱਡਾ ਅੱਗੇ ਪ੍ਰਾਪਤ ਹੋਣਾ ਹੈ। ਕਿਉਂਕਿ ਛੋਟੇ ਜੇ ਸਮਝਦਾ ਹੈ ਕਿ ਰਾਸ਼ੀ ਭੋਗਿਆ ਤਾਂ ਕੀ ਇਹਦੇ ਨਾਲ ਹੋ ਚੱਲਿਆ, ਪਰ ਮਹਾਰਾਜ ਕਹਿੰਦੇ ਨਹੀਂ ਜਾਣਦਾ ਤੂੰ ਕਿ ਕਰਮ ਦਾ ਫਲ ਕੀ ਕਿੱਡਾ ਵੱਡਾ ਪ੍ਰਾਪਤ ਹੋ ਸਕਦਾ ਹੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਇਹ ਜਿਹੜਾ ਤੂੰ ਕੀਤਾ ਹੋਇਆ ਕਰਮ ਮੈਂ ਉਹਦਾ ਤੂੰ ਫਲ ਨਹੀਂ ਜਾਣਦਾ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਕੇਵੜ ਤੇਰੀ ਦਾਤ, ਫਿਰ ਪੜੋ ਪੰਕਤੀ। ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਤੇ ਕਿੱਡੀ ਵੱਡੀ ਤੇਰੀ ਦਾਤ ਹੈ ਮਹਾਰਾਜ। ਜਦੋਂ ਤੁਸੀਂ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਦਾ ਸਮਾਂ ਆਉਂਦਾ ਹੈ, ਏਡੀ ਵੱਡੀ ਤੇਰੀ ਦਾਤ ਹੈ। ਜੇ ਤੂੰ ਤਰਸ ਵਿੱਚ ਆ ਜਾਵੇਂ ਤਾਂ ਉਦੋਂ ਹੀ ਸਾਰੇ ਕੀਤੇ ਨਖਿੱਧ ਕਰਮ ਜਿਹੜੇ ਆ ਮਾਫ ਕਰ ਦਾਨਾ ਹੈ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋ ਗੀਸਰ ਬਾਸ਼ਤ ਸੋ ਗਤ ਛਿਨ ਮੈਂ ਪਾਈ। ਨਹੀਂ ਜਾਣਦੇ ਕਿ ਅਸੀਂ ਕਿੱਡੀ ਕੁ ਵੱਡੀ ਪਰਮੇਸ਼ਰ ਤੇਰੀ ਦਾਤ ਹੈ। ਉਹ ਅਜਾਮਲ ਨੂੰ ਅੰਤ ਕਾਲ ਦੇ ਅੰਦਰ ਨਾਰਾਇਣ ਸੁਧ ਆਈ। ਅੰਤ ਦਾ ਸਮਾਂ ਸੀ ਤੇ ਪਰਮੇਸ਼ਰ ਦੇ ਨਾਮ ਦੀ ਸੁਧ ਗਿਆਤ ਹੋ ਗਈ। ਜਾਂ ਗਤ ਕੋ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ, ਜਾਂ ਗਤ ਕੋ ਜੋ ਗੀਸਰ ਬਾਸ਼ਤ। ਵੱਡੇ ਵੱਡੇ ਜੋਗੀਆਂ ਦੇ ਈਸ਼ਰ ਬਾਂਛਤ ਚਾਹੁੰਦੇ ਆ ਜਿਸ ਗਤ ਅਵਸਥਾ ਦੇ ਤਾਈ, ਸੋ ਗਤ ਛਿਨ ਮੈਂ ਪਾਈ। ਛਿਨ ਮਾਤਰ ਸਮੇਂ ਵਿੱਚ ਪਾ ਕਰਕੇ ਜਿਹੜਾ ਸੀ ਨਾ ਇਹ ਅਜਾਮਲ ਨਿਹਾਲ ਹੋ ਗਿਆ ਸੀ। ਮਹਾਰਾਜ ਨਹੀਂ ਜਾਣਦੇ ਅਸੀਂ ਕਿ ਆਪ ਛਿਨ ਮਾਤਰ ਸਮੇਂ 'ਚ ਹੀ ਕਿਵੇਂ ਸਾਰੇ ਪਾਪਾਂ ਨੂੰ ਕੱਟ ਕੇ ਗਰੀਬ ਨਵਾਜ ਆਪਣੀ ਦਾਤ ਕਰਕੇ ਬਖਸ਼ਿਸ਼ ਕਰਕੇ ਮਹਾਰਾਜ ਆਪਣੇ ਵਿੱਚ ਅਭੇਦ ਕਰ ਲੈਂਦੇ ਹੋ। ਕਦੋਂ ਗੁਨਾਹਾਂ ਨੂੰ ਬਖਸ਼ ਦਿੰਦੇ ਹੋ। ਕਿੱਡੀ ਕੁ ਵੱਡੀ ਤੇਰੀ ਦਾਤ ਹੈ ਮਹਾਰਾਜ। ਅਸੀਂ ਨਹੀਂ ਜਾਣਦੇ, ਅਲਪੱਗ ਹਾਂ ਨਾ, ਤੁੱਛ ਬੁੱਧੀ ਹੈ ਸਾਡੀ, ਅਸੀਂ ਨਹੀਂ ਜਾਣ ਪਾਉਂਦੇ ਹਾਂ। ਇਸੇ ਪ੍ਰਕਾਰ ਹੀ ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਸਾਧ ਸੰਗਤ ਜੀ ਕੀਤੇ ਹੋਏ ਚੰਗੇ ਕਰਮ ਦਾ ਵੀ ਫਲ ਜੀਵ ਨਹੀਂ ਜਾਣ ਪਾਉਂਦਾ ਹੈ ਤੇ ਨਹੀਂ ਇਸ ਨੂੰ ਪਤਾ ਲੱਗਦਾ ਕਿ ਇਸੇ ਕਰਕੇ ਚੰਗਾ ਕਰਮ ਕਰਦਿਆਂ ਵੀ ਮੁਰਝਾਇਆ ਰਹਿੰਦਾ ਹੈ। ਕਿਉਂ? ਸੰਗਤ ਕਰਦਾ ਹੈ, ਫਲ ਨਹੀਂ ਪਤਾ ਹੁੰਦਾ ਕਿ ਇਹਦਾ ਫਲ ਕੀ ਹੈ। ਫਿਰ ਵੀ ਮਨ ਜਿਹੜਾ ਉਹ ਕਦੇ ਸੰਸਾਰ ਵੱਲ ਜਾਂਦਾ ਹੈ ਕਿ ਕਦੇ ਸੰਗਤ ਵਿੱਚ ਲੱਗਦਾ ਹੈ। ਫਿਰ ਮਨ ਦੇ ਅੰਦਰ ਸ਼ੰਕੇ ਉੱਠਦੇ ਆ, ਸੰਗਤ ਕਰਦੇ ਆ ਮੈਨੂੰ ਕੀ ਮਿਲੇਗਾ, ਮੈਂ ਇੱਥੇ ਸੇਵਾ ਕਰਦਾ ਗੁਰੂ ਜੀ ਦੇ ਦੁਆਰੇ ਤੇ ਕੀ ਮਿਲੇਗਾ। ਸਤਿਗੁਰੂ ਜੀ ਕਹਿੰਦੇ ਆ ਕਿ ਜੀਵ ਨਹੀਂ ਜਾਣ ਪਾਉਂਦਾ ਅਲਪੱਗ ਕਿ ਇਹਦਾ ਫਲ ਕੀ ਹੈ ਕੀਤੇ ਹੋਏ ਸ਼ੁਭ ਕਰਮਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਕੇ ਫਿਰ ਦਾਤ ਦਿੰਦੇ ਆ ਨਾ, ਉਹ ਕਿੱਡੀ ਕੁ ਵੱਡੀ ਦਾਤ ਦੇ ਦਿੰਦੇ ਆ। ਸਤਿਗੁਰੂ ਜੀ ਆਪਣੇ ਸਰੂਪ ਦੀ ਲਖਤਾ ਹੀ ਦੇ ਦਿੰਦੇ ਆ। ਕੀਤਾ ਤਾਂ ਕਰਮ ਬਹੁਤ ਛੋਟਾ ਜਿਹਾ, ਛੋਟੇ ਕਰਮ ਸੀਗੇ, ਕਿਉਂਕਿ ਇੰਨੀ ਕਮਾਈ ਦੇ ਨਾਲ ਐਡੀ ਵੱਡੀ ਦਾਤ ਥੋੜੋ ਪ੍ਰਾਪਤ ਹੁੰਦੀ ਹੈ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆ, ਕਿਰਪਾ ਕਰ ਦਿੰਦੇ ਆ। ਨਹੀਂ ਜੀਵ ਜਾਣ ਪਾਉਂਦਾ ਕਿ ਪਰਮੇਸ਼ਰ ਕਿੱਡੀ ਵੱਡੀ ਦਾਤ ਦੇਣ ਦੇ ਸਮਰੱਥ ਹੈ। ਇਸੇ ਪ੍ਰਕਾਰ ਹੀ ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਕਰਮ ਬਖਸ਼ਿਸ਼ ਨੂੰ ਵੀ ਕਹਿੰਦੇ ਆ ਮਹਾਰਾਜ, ਅਸੀਂ ਨਹੀਂ ਜਾਣਦੇ ਤੇਰੀ ਬਖਸ਼ਿਸ਼ ਕਿੱਡੀ ਕੁ ਵੱਡੀ ਹੈ ਤੇ ਕਿੱਡੀ ਵੱਡੀ ਬ੍ਰਹਮ ਗਿਆਨ ਦੀ ਦਾਤ ਦੇ ਕਰਕੇ ਮਹਾਰਾਜ ਜੀਵਨ ਮੁਕਤੀ ਕਰ ਦਿੰਨੇ ਹੋ। ਇਹ ਸਾਨੂੰ ਪਤਾ ਹੀ ਨਹੀਂ ਮਹਾਰਾਜ, ਅਸੀਂ ਇੰਨੇ ਅਲਪੱਗ ਵਾਂ, ਤੇਰੀ ਦਿੱਤੀ ਹੋਈ ਦਾਤ ਵੀ ਅਸੀਂ ਨਹੀਂ ਜਾਣ ਪਾਉਂਦੇ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਇਹ ਤਾਂ ਸਾਧ ਸੰਗਤ ਜੀ ਹੁਣ ਵੇਖੋ, ਕੋਈ ਅਮੀਰ ਵਾ, ਉਹਨੇ ਆਪਦੀ ਸਮਰੱਥਾ ਮੁਤਾਬਕ ਉਹਦੇ ਕੋਈ ਮੰਗੇ ਤੇ ਦੇ ਸਕਦਾ ਹੈ, ਆਪਣੀ ਸਮਰੱਥਾ ਤੋਂ ਵੱਧ ਨਹੀਂ ਦੇ ਸਕਦਾ ਹੈ ਕਿਉਂਕਿ ਉਹਦੀ ਪਹੁੰਚ ਨਹੀਂ ਹੈ। ਤੇ ਹੁਣ ਪਰਮੇਸ਼ਰ ਦੇ ਕੋਲੋਂ ਜਿਨ੍ਹਾਂ ਨੇ ਮੰਗਿਆ ਹੈ, ਜਿਨ੍ਹਾਂ ਨੇ ਸੰਗਤ ਦਾ ਕਰਮ ਕੀਤਾ ਹੈ ਜਾਂ ਜਿਨ੍ਹਾਂ ਤੇ ਕਰਮ ਬਖਸ਼ਿਸ਼ ਹੋਈ ਹੈ, ਤੇ ਫਿਰ ਜਿੱਡਾ ਵੱਡਾ ਸਾਹਿਬ ਆ ਓਡੀ ਵੱਡੀ ਬਖਸ਼ਿਸ਼ ਹੀ ਹੋਣੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਥੋੜਾ ਦੇਣ ਲੱਗਿਆ ਮਹਾਰਾਜ ਆਪ ਹੀ ਲਾਜ ਕਰਦੇ ਆ ਕਿ ਸੇਵਕ ਹੈ ਸਾਡਾ। ਸੱਚੇ ਪਾਤਸ਼ਾਹ ਜੀ ਵੱਡੀ ਦਾਤ ਦੇ ਦਿੰਦੇ ਆ ਮਹਾਰਾਜ। ਅਸੀਂ ਅਲਪੱਗ ਨਹੀਂ ਜਾਣਦੇ ਕਿ ਆਪ ਦੀ ਦਾਤ ਕਿੱਡੀ ਵੱਡੀ ਹੈ, ਬ੍ਰਹਮ ਗਿਆਨ ਦੀ ਕਿੱਡੀ ਵੱਡੀ ਬਖਸ਼ਿਸ਼ ਦੇ ਕਰਨ ਵਾਲੇ ਹੋ ਮਹਾਰਾਜ, ਅਸੀਂ ਨਹੀਂ ਜਾਣ ਪਾਉਂਦੇ ਹਾਂ। ਤੇ ਆਪਣੇ ਕਰਮਾਂ ਨੂੰ ਹੀ ਕਈ ਕੋਸਦੇ ਰਹਿੰਦੇ ਆ। ਫਿਰ ਸਾਧ ਸੰਗਤ ਜੀ ਪਿਛਲੇ ਕਰਮਾਂ ਦੇ ਮੁਤਾਬਕ ਲੇਖ ਪਿਆ ਹੈ,
ਜੇ ਕਰਮਾਂ ਨੂੰ ਹੀ ਕੋਸਦੇ ਰਹੋਗੇ, ਹੁਣ ਚੰਗੇ ਕਰਮ ਕਰ ਲੈਣੇ ਚਾਹੀਦੇ ਆ, ਹੁਣ ਭਲਾ ਕਰੀਏ, ਸੰਗਤ ਕਰੀਏ, ਸੇਵਾ ਕਰੀਏ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੀਵ ਭਾਈ ਨਹੀਂ ਜਾਣ ਪਾਉਂਦਾ ਕਿ ਕਿੱਡੀ ਵੱਡੀ ਬਖਸ਼ਿਸ਼ ਹੈ ਪਰਮੇਸ਼ਰ ਦੀ, ਬਖਸ਼ੀ ਕਰ ਦਿੰਦਾ, ਉਹ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਮਿਹਰ ਕਰਕੇ ਫਿਰ ਕਿੱਡੀ ਵੱਡੀ ਦਾਤ ਬ੍ਰਹਮ ਗਿਆਨ ਦੀ ਦੇ ਕੇ ਨਿਹਾਲ ਕਰਦਾ। ਮਹਾਰਾਜ ਅਸੀਂ ਨਹੀਂ ਜਾਣਦੇ ਹਾਂ। ਕਰਮ ਧਰਮ ਤੇਰੇ ਨਾਮ ਕੇ ਜਾਤ, ਜਿਹੜਿਆਂ ਨੂੰ ਸਤਿਗੁਰੂ ਜੀ ਦੇ ਨਾਮ ਨਾਲ ਪਿਆਰ ਲੱਗਾ ਹੈ, ਹਜੂਰ ਕਹਿੰਦੇ ਉਹਨਾਂ ਦੀ ਅਵਸਥਾ ਹੈ ਜਿਵੇਂ ਸੰਸਾਰ ਦੇ ਜੀਆਂ ਨੇ ਕਰਮ ਮੰਨੇ ਐ। ਸਾਧ ਸੰਗਤ ਜੀ ਕੋਈ ਨਿਤ ਕਰਮ ਕਰਦਾ ਹੈ, ਕੋਈ ਨਿਮਿਤ ਕਰਮ ਕਰਦਾ ਹੈ, ਕੋਈ ਪ੍ਰਾਸ਼ਚਿਤ ਕਰਮ ਕਰਦਾ ਹੈ, ਕੋਈ ਕਾਮਕ ਕਰਮ ਕਰਦਾ ਹੈ। ਫਿਰ ਧਰਮ ਜਿਹੜੇ ਐ ਯੱਗ ਆਦਿਕ ਕਰਨੇ ਜਿਹੜੇ ਧਰਮ ਮੰਨੇ ਹੋਏ ਐ। ਫਿਰ ਉੱਚੀਆਂ ਜਾਤਾਂ ਹਨ, ਜਿਹੜਾ ਹੈ ਬ੍ਰਾਹਮਣ ਜਾਤੀ ਉੱਚੀ ਮੰਨਦੇ ਆਪਣੇ ਆਪ ਨੂੰ, ਛਤਰੀ ਜਾਤ ਉੱਚੀ ਮੰਨੀ ਜਾਂਦੀ ਹੈ। ਤੇ ਇਹ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਨਾਮ ਨਾਲ ਪਿਆਰ ਲੱਗਾ ਹੈ, ਹਜੂਰ ਫਰਮਾਉਂਦੇ ਹਨ ਕਰਮ ਧਰਮ ਤੇਰੇ ਨਾਮ ਕੇ ਜਾਤ। ਮਹਾਰਾਜ ਸਾਡਾ ਤਾਂ ਜਿਹੜਾ ਨਾਮ ਜਪਣਾ ਨਾ, ਇਹੀ ਤੇਰੀ ਉੱਚੀ ਜਾਤੀ ਅਸੀਂ ਸਮਝੀ ਹੋਈ ਹੈ ਕਿ ਸਾਡੀ ਸਭ ਤੋਂ ਉੱਚੀ ਜਾਤ ਹੈ, ਤੇਰਾ ਅਸੀਂ ਨਾਮ ਜਪਦੇ ਹਾਂ। ਫਿਰ ਮਹਾਰਾਜ ਜਿਹੜੇ ਚੰਗੇ ਕਰਮਾਂ ਦਾ ਕਰਨਾ ਹੈ ਉਹ ਤੇਰਾ ਨਾਮ ਜਪਣਾ ਹੀ ਅਸੀਂ ਸਮਝਿਆ ਹੋਇਆ ਹੈ। ਫਿਰ ਜਿਹੜੇ ਜਗ ਆਦਿਕ ਧਰਮ ਕਰਨੇ ਉਹ ਤੇਰਾ ਨਾਮ ਜਪਣਾ ਹੀ ਅਸੀਂ ਸਮਝਿਆ ਹੋਇਆ ਹੈ ਕਿ ਸਾਰੇ ਧਰਮ ਹੀ ਕਮਾ ਲਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨੇ ਵਾਹਿਗੁਰੂ ਦੀ ਕੀਰਤੀ ਗਾਈ ਹੈ ਨਾ, ਉਹਨੇ ਸਾਰੇ ਸ਼ੁਭ ਕਰਮ ਕਰ ਲਏ। ਜਿਨੇ ਵਾਹਿਗੁਰੂ ਦਾ ਜਸ ਗਾਇਆ ਉਹਨੇ ਸਾਰੇ ਧਰਮਾਂ ਦਾ ਪੁੰਨ ਫਲ ਕਮਾਉਣ ਦਾ ਇਕੱਠਾ ਹੀ ਪਾ ਲਿਆ। ਤੇ ਮਹਾਰਾਜ ਕਹਿੰਦੇ ਉਹਦੀ ਜਾਤੀ ਵੀ ਭਾਈ ਫਿਰ ਸਭ ਤੋਂ ਉੱਚੀ ਹੁੰਦੀ ਹੈ। ਇਹ ਉੱਚੀ ਜਾਤ ਕੀ ਕਰੇਗੀ ਜੇ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਿਆ ਤਾਂ? ਕੀਤੇ ਹੋਏ ਕਰਮ ਜਿਹੜੇ ਆ ਉਹ ਕਿਵੇਂ ਛਡਾ ਦੇਣਗੇ ਜੇ ਵਾਹਿਗੁਰੂ ਦੇ ਨਾਮ ਦੇ ਜਪਣ ਦਾ ਕਰਮ ਹੀ ਨਹੀਂ ਕਮਾਇਆ ਤਾਂ? ਬਾਕੀ ਧਰਮ ਜਿਹੜੇ ਕੀਤੇ ਹੋਏ ਸਾਰੇ ਸਾਧ ਸੰਗਤ ਜੀ ਜਿਹੜੇ ਆ ਉਹ ਨਿਸਫਲ ਚਲੇ ਜਾਂਦੇ ਆ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤਾਂ। ਇਸੇ ਕਰਕੇ ਮਹਾਰਾਜ ਕਿਹਾ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਜਪਣਾ ਹੀ ਮਹਾਰਾਜ ਸਾਡਾ ਤਾਂ ਨਾਮ ਹੀ ਧਰਮ ਹੈ, ਨਾਮ ਹੀ ਕਰਮ ਹੈ, ਨਾਮ ਹੀ ਸਾਡੀ ਉੱਚੀ ਜਾਤ ਹੈ। ਇਸੇ ਪ੍ਰਕਾਰ ਹੀ ਕਰਮ ਧਰਮ ਤੇਰੇ ਨਾਮ ਕੇ ਜਾਤ। ਮਹਾਰਾਜ ਤੇਰੇ ਨਾਮ ਦੀ ਜਿਹੜੀ ਦਾਤ ਵੈ ਨਾ, ਇਹ ਮਹਾਰਾਜ ਜਦੋਂ ਜਾਤ ਜਾਣਿਆ ਗਿਆਤ ਹੋਈ, ਜਾਤ ਬੁੱਧੀ ਨੂੰ ਵੀ ਕਹਿੰਦੇ ਆ। ਮਹਾਰਾਜ ਜਦੋਂ ਸਾਡੀ ਬੁੱਧੀ ਦੇ ਅੰਦਰ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਈ ਨਾ, ਜਦੋਂ ਜਾਤ ਜਾਣ ਲਿਆ, ਜਾਤ ਗਿਆਤ ਹੋ ਗਈ, ਸੱਚੇ ਪਾਤਸ਼ਾਹ ਉਦੋਂ ਪਤਾ ਲੱਗਿਆ ਕਿ ਸਾਰੇ ਕਰਮਾਂ ਤੋਂ ਵੱਡਾ ਕਰਮ ਨਾਮ ਜਪਣ ਦਾ ਹੀ ਕਰਮ ਹੈ। ਮਹਾਰਾਜ ਉਦੋਂ ਪਤਾ ਲੱਗ ਗਿਆ ਕਿ ਸਾਰੇ ਧਰਮ ਹੀ ਕਮਾ ਲਏ ਜੇ ਨਾਮ ਜਪ ਲਿਆ ਤਾਂ। ਇਹ ਹੀ ਮਹਾਰਾਜ ਸਾਨੂੰ ਦਾਤ ਆਪ ਨੇ ਕਿਰਪਾ ਕਰਕੇ ਪ੍ਰਾਪਤ ਕਰਵਾਈ ਹੈ, ਬਖਸ਼ਿਸ਼ ਕੀਤੀ ਹੈ। ਨਾਮ ਤੇ ਹੀ ਨਿਸ਼ਚਾ ਬਖਸ਼ਿਆ। ਜਿਵੇਂ ਹਾਥੀ ਦੀ ਪੈੜ 'ਚ ਸਾਰੀਆਂ ਹੀ ਪੈੜਾਂ ਆ ਜਾਂਦੀਆਂ ਨਾ, ਇਉਂ ਮਹਾਰਾਜ ਬੁੱਧੀ ਵਿੱਚ ਨਾਮ ਦੀ ਦਾਤ ਪ੍ਰਾਪਤ ਹੋਣੇ ਕਰਕੇ ਅਸੀਂ ਇਹ ਹੀ ਸਮਝ ਲਿਆ ਕਿ ਸਾਰੇ ਕਰਮ ਜਿਹੜੇ ਆ ਉਹ ਕਰ ਲਏ ਤੇ ਸਾਰੇ ਧਰਮ ਕਮਾ ਲਏ। ਆਪ ਦਾ ਨਾਮ ਹੀ ਮਹਾਰਾਜ ਸਾਡੀ ਉੱਚੀ ਜਾਤੀ ਆ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਤੂੰ ਏਵੜ ਦਾਤਾ ਦੇਵਨਹਾਰ। ਮਹਾਰਾਜ ਤੂੰ ਏਡਾ ਵੱਡਾ ਦਾਤਾ ਹੈ, ਦਾਤਾਂ ਦੇ ਦੇਣ ਵਾਲਾ। ਅਸੀਂ ਅਲਪੱਗ ਨਹੀਂ ਜਾਣ ਪਾਏ। ਸਾਧ ਸੰਗਤ ਜੀ ਕਿੱਡਾ ਕੁ ਵੱਡਾ ਦਾਤਾ ਹੈ। ਵੇਖ ਲੋ ਜਦੋਂ ਦੀ ਇਹ ਕਾਇਨਾਤ ਰਚੀ ਹੈ, ਵਾਹਿਗੁਰੂ ਦੇ ਰਹੇ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਾ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਤੂੰ ਕਿਉਂ ਮਨਾ ਡੋਲਦਾ ਹੈ? ਵੇਖ ਜਿਹੜੇ ਜਾਣਦੇ ਆ ਕੁਝ ਗਿਆਨਵਾਨ ਹਨ, ਫਿਰ ਜਿਹੜੇ ਅਣਜਾਣ ਹਨ ਅਗਿਆਨੀ ਹਨ, ਉਹਨਾਂ ਨੂੰ ਵੀ ਦੇ ਹੀ ਰਿਹਾ। ਉਹ ਜਿਹੜੇ ਕੁਝ ਜਾਣਦੇ ਆ ਸਮਝਦਾਰ ਵਾ ਉਹਨਾਂ ਨੂੰ ਦੇ ਰਿਹਾ ਹੈ, ਜਿਹੜੇ ਅਣਜਾਣ ਹੈ ਬੇਸਮਝ ਹਨ ਉਹਨਾਂ ਨੂੰ ਵੀ ਦੇ ਰਿਹਾ ਹੈ। ਉਹ ਤਾਂ ਜ਼ਮੀਨ ਕੋ ਦੇਤ ਜਮਾਨ ਕੋ ਦਾ ਹੈ, ਧਰਤੀ ਨੂੰ ਵੀ ਦੇ ਰਿਹਾ ਹੈ, ਆਕਾਸ਼ ਨੂੰ ਵੀ ਦੇ ਰਿਹਾ ਹੈ। ਸਭ ਦੇ ਤਾਈਂ ਉਹ ਦਾਤਾਂ ਦੇਈ ਜਾ ਰਿਹਾ ਹੈ। ਇਹ ਵੱਡਾ ਦਾਤਾ, ਏਡਾ ਵੱਡਾ ਦਾਤਾ ਹੈ ਕਿ ਕਿੱਡਾ ਕੁ ਵੱਡਾ ਹੈ ਕੋਈ ਜਾਣ ਹੀ ਨਹੀਂ ਸਕਦਾ ਹੈ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਕਿਸ ਤਰ੍ਹਾਂ ਦਾਤਾਂ ਦੇ ਰਿਹਾ ਹੈ
ਕਿਹਨੂੰ ਕਿਹਨੂੰ ਦੇ ਰਿਹਾ ਹੈ, ਇਹ ਤਾਂ ਭਾਈ ਜਾਣਿਆ ਹੀ ਨਹੀਂ ਜਾ ਸਕਦਾ ਹੈ। ਤੇ ਹੈ ਉਹ ਫਲ ਵਰਦਾਤਾ, ਦਈ ਜਾ ਰਿਹਾ, ਦਈ ਜਾ ਰਿਹਾ, ਬਖਸ਼ਾਂ ਕਰੀ ਜਾ ਰਿਹਾ ਹੈ। ਗਰੀਬ ਨਵਾਜ ਕਹਿੰਦੇ ਏਡਾ ਵੱਡਾ ਉਹ ਦਾਤਾ ਹੈ, ਜਾਣਿਆ ਨਹੀਂ ਜਾਂਦਾ। ਇਸੇ ਪ੍ਰਕਾਰ ਹੀ ਤੂੰ ਏਵੜ ਦਾਤਾ ਦੇਵਨ ਹਾਰ। ਏਡਾ ਵੱਡਾ ਮਹਾਰਾਜ ਤੂੰ ਦਾਤਾ ਹੈ, ਨਹੀਂ ਜੀਵ ਅਲਪੱਗ ਜਾਣ ਸਕਦੇ। ਦਾਤਾਂ ਦੇ ਦੇਣ ਹਾਰ ਹੈ, ਦੇਣ ਵਾਲਾ ਸਦਾ ਦਿੰਦਾ ਹੈ, ਦਾਤਾਂ ਦੇ ਤਾਈ ਟੋਟ ਨਾਹੇ ਤੁਧ ਭਗਤ ਭੰਡਾਰ। ਜੇ ਹੱਥ ਜੋੜ ਕਰਕੇ ਕੋਈ ਭਗਤੀ ਦਾ ਜਾਂ ਸਾਧ ਸੰਗਤ ਜੀ ਖਜ਼ਾਨਾ ਮੰਗਦਾ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਗਤੀ ਦੇ ਵੀ ਭੰਡਾਰੇ ਹੀ ਭਰੇ ਪਏ ਆ ਮੇਰੇ ਵਾਹਿਗੁਰੂ ਦੇ। ਟੋਟਾ ਨਹੀਂ ਆਉਂਦਾ ਹੈ ਕਿ ਇੱਕ ਨੂੰ ਬ੍ਰਹਮ ਗਿਆਨ ਦੇਤਾ ਤੇ ਦੂਸਰੇ ਵਾਰੀ ਘਾਟਾ ਪੈ ਜਾਵੇਗਾ। ਮੇਰਾ ਵਾਹਿਗੁਰੂ ਚਾਹੇ ਤਾਂ ਸਾਰੇ ਜੀਆਂ ਨੂੰ ਹੀ ਬ੍ਰਹਮ ਗਿਆਨ ਦੇ ਦੇ, ਤਾਂ ਵੀ ਉਹਦਾ ਖਜ਼ਾਨਾ ਭਰੇ ਦਾ ਭਰਿਆ ਹੀ ਹੈ, ਕਦੇ ਟੋਟਾ ਨਹੀਂ ਆਉਂਦਾ ਹੈ। ਹਜੂਰ ਫਰਮਾਉਂਦੇ ਹਨ ਟੋਟ ਨਾਹੇ ਤੁਧ ਭਗਤ ਭੰਡਾਰ। ਮਹਾਰਾਜ ਤੁਧ ਜਿਹੜਾ ਤੇਰੀ ਭਗਤੀ ਦਾ ਭੰਡਾਰਾ ਹੈ ਨਾ, ਉਹ ਕਿਹੜਾ ਥਾਂ ਹੈ? ਭਗਤਾਂ ਦੇ ਹਿਰਦੇ ਆ ਮਹਾਰਾਜ, ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਆ। ਜਦੋਂ ਚਾਹੇ ਇਹ ਸੰਤਨ ਹੱਥ ਰਾਖੀ ਕੁੰਜੀ, ਉਹਨਾਂ ਨੂੰ ਕੁੰਜੀ ਸੌਂਪ ਛੱਡੀ ਹੈ ਕਿ ਜਾਓ ਖੱਡ ਕੇ ਜਿੰਨਾ ਮਰਜੀ ਵਰਤਾਈ ਜਾਓ। ਇਹ ਭਗਤੀ ਦੇ ਭੰਡਾਰੇ ਹੀ ਮਹਾਰਾਜ, ਭਗਤਾਂ ਦੇ ਹਿਰਦੇ ਜਿਹੜੇ ਆ ਉਹ ਭਰੇ ਹੋਏ ਆਪ ਦੇ ਖਜ਼ਾਨੇ ਹਨ। ਪਰ ਜਿਹੜਾ ਹੰਕਾਰ ਕੀਤਾ ਨਾ, ਉਹ ਸਾਧ ਸੰਗਤ ਜੀ ਕਿਸੇ ਨੂੰ ਵੀ ਰਾਸ ਨਹੀਂ ਆਉਂਦਾ। ਕੀਤਾ ਹੋਇਆ ਹੰਕਾਰ ਸਚਾਈ ਵਿੱਚ ਨਹੀਂ ਆਉਂਦਾ ਹੈ। ਜਿਹੜਾ ਹਰੀਚੰਦ ਰਾਜਾ ਸੀ, ਉਹਨੂੰ ਦਾਨ ਦੇ ਕਰਨ ਦਾ ਹੰਕਾਰ ਸੀਗਾ। ਹਰੀਚੰਦ ਦਾਨ ਦੇਵੈ ਜਸ ਲੇਵੈ। ਜਿਹੜਾ ਹਰੀਚੰਦ ਸੀ ਉਹ ਦਾਨ ਕਰਦਾ ਸੀ ਤੇ ਜਸ ਬੜਾ ਭਾਰੀ ਪ੍ਰਾਪਤ ਕਰਦਾ ਸੀ। ਬਿਨ ਗੁਰ ਅੰਤ ਨਾ ਪਾਏ ਅਭੇਵੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬਿਨਾਂ ਗੁਰੂ ਤੋਂ ਅੰਤ ਨਹੀਂ ਪਾ ਸਕਦਾ ਕੋਈ ਪਰਮੇਸ਼ਰ ਦਾ, ਤੇ ਭਾਵ ਉਹਦੇ ਵਿੱਚ ਅਭੇਦ ਨਹੀਂ ਹੋ ਸਕਦਾ ਹੈ। ਆਪ ਭੁਲਾਏ ਆਪੇ ਮਤ ਦੇਵੈ, ਦੁਰਮਤ ਹਰਨਾਖਸ਼ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪਰਹਾਰੀ। ਜਿਹੜਾ ਹਰਨਾਖਸ਼ ਸੀ ਵੇਖ ਲੋ, ਉਸਨੇ ਗਰਭ ਕੀਤਾ, ਹੰਕਾਰ ਕੀਤਾ। ਜੇ ਜਿਸ ਵੀ ਹੰਕਾਰ ਕੀਤਾ, ਮਹਾਰਾਜ ਕਹਿੰਦੇ ਕੀਆ ਗਰਭ ਨਾ ਆਵੈ ਰਾਸ। ਉਹ ਭਾਈ ਸਚਾਈ ਵਿੱਚ ਨਹੀਂ ਆ ਸਕਦਾ। ਪਰਮੇਸ਼ਰ ਨਾਲ ਹੰਕਾਰ ਨਹੀਂ ਫਿਰ ਪੂਰਾ ਪੈਂਦਾ। ਜੇ ਹਰਨਾਖਸ਼ ਨੇ ਕੀਤਾ ਸੀਗਾ ਤੇ ਉਹਦਾ ਕੀ ਹਾਲ ਹੋਇਆ। ਜੇ ਫਿਰ ਰਾਵਣ ਨੇ ਕੀਤਾ ਸੀਗਾ, ਭੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ। ਸਿਰ ਦੇ ਸਮੇਤ ਲੰਕਾ ਲੁਟਾ ਬੈਠਾ ਸੀਗਾ। ਇਹੋ ਜੀ ਹਾਲਤ ਹੈ। ਜਿਨ ਜਿਨ ਗਰਭ ਕੀਤਾ ਹੈ ਨਾ, ਮਹਾਰਾਜ ਨੇ ਕਿਹਾ ਹੈ ਕਿ ਪ੍ਰਭ ਨਾਰਾਇਣ ਗਰਭ ਪਰਹਾਰੀ। ਮੇਰਾ ਵਾਹਿਗੁਰੂ ਹੰਕਾਰ ਨੂੰ ਚਕਨਾ ਚੂਰ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੰਕਾਰ ਦੇ ਤਾਈ। ਜਿਹੜਾ ਹੈ ਬੂਢਾ ਦੁਰਯੋਧਨ ਪਤ ਖੋਈ, ਰਾਮ ਨਾ ਜਾਣਿਆ, ਉਹਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਆਪਣੀ। ਜੇ ਕਿਹਾ ਸੀ ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਹੰਕਾਰ ਸੀ ਦੁਰਯੋਧਨ ਨੂੰ, ਤੇ ਉਹਦੀ ਹਾਲਤ ਵੇਖ ਲੋ ਕੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਉਹ ਜਿਹੜੀ ਉਹਦੀ ਦੇਹ ਪੱਥਰ ਦੀ ਬਣੀ, ਗਿਲਜਾ ਨਹੀਂ ਖਾਦੀ, ਰੁਲਦੀ ਰਹੀ ਸੀ ਉਸ ਦੀ ਦੇਹੀ। ਏਡਾ ਹੰਕਾਰੀ ਦੁਰਯੋਧਨ, ਕੀਆ ਗਰਭ ਨਾ ਆਵੈ ਰਾਸ। ਜਿੰਨੇ ਜਿੰਨੇ ਹੰਕਾਰ ਕੀਤਾ ਨਾ, ਉਹ ਸਾਧ ਸੰਗਤ ਜੀ ਕੀਤਾ ਹੰਕਾਰ ਰਾਸ ਨਹੀਂ ਆਇਆ, ਉਹਦਾ ਨੁਕਸਾਨ ਹੀ ਹੋਇਆ, ਸਰਬਨਾਸ਼ ਹੀ ਹੋਇਆ। ਜੇ ਨਹੀਂ ਇਸ ਗੱਲ ਦੇ ਉੱਤੇ ਨਿਸ਼ਚਾ ਆਉਂਦਾ ਤੇ ਹਜੂਰ ਨੇ ਕਿੰਨੇ ਪ੍ਰਮਾਣ ਦੇ ਕਰਕੇ ਦੱਸਿਆ ਕਿ ਹਰਨਾਕਸ਼ ਨੇ ਕੀਤਾ ਸੀ, ਉਹਦੀ ਵੇਖ ਲੋ ਕੀ ਹਾਲਤ ਵੈ। ਰਾਵਣ ਨੇ ਕੀਤਾ ਸੀ, ਉਹਦੀ ਕੀ ਹਾਲਤ ਹੋਈ। ਦੁਰਯੋਧਨ ਨੇ ਹੰਕਾਰ ਕੀਤਾ ਸੀ, ਉਹਦੀ ਕੀ ਹਾਲਤ ਹੋਈ। ਇਸ ਕਰਕੇ ਜੀਵ ਐਡੇ ਸਮਰੱਥਾਂ ਨੇ ਹੰਕਾਰ ਕੀਤਾ ਤੇ ਚਕਨਾ ਚੂਰ ਹੋ ਗਏ। ਤੇਰੇ ਪੱਲੇ ਕੀ ਹੈ? ਤੂੰ ਹੰਕਾਰ ਕਰੀ ਜਾਂਦਾ ਆਪ ਦੇ ਸਰੀਰ ਦਾ, ਆਪ ਦੀ ਅਕਲ ਦਾ, ਆਪ ਦੀ ਬੁੱਧ ਦਾ। ਵੇਖ ਐਡੇ ਐਡੇ ਸਮਰੱਥ ਸੀ ਜਿਨ੍ਹਾਂ ਨੇ, ਉਹ ਹਰਨਾਕਸ਼ ਨੇ ਕਿੱਡਾ ਤਪ ਕੀਤਾ ਸੀਗਾ, ਕਿੱਡਾ ਬਲੀ ਸੀਗਾ, ਪਰ ਮਹਾਰਾਜ ਨੇ ਉਹਦਾ ਕਿਵੇਂ ਹੰਕਾਰ ਫਿਰ ਨਾਸ਼ ਕੀਤਾ। ਫਿਰ ਰਾਵਣ ਦੀ ਗੱਲ ਵੇਖੋ, ਕਿੱਡਾ ਵਿਦਵਾਨ ਸੀਗਾ, ਪੰਡਤ ਸੀਗਾ, ਤੇ ਫਿਰ ਸ਼ੀਸ਼ ਆਪ ਦੇ ਭੇਟ ਕਰਦਾ ਸੀਗਾ। ਤੇ ਇਹੋ ਜਿਹਾ ਬੜਾ ਪ੍ਰਤਾਪੀ ਰਾਜਾ ਰਾਵਣ,
ਜੇ ਹੰਕਾਰ ਕੀਤਾ ਤੇ ਲੂਟੀ ਲੰਕਾ ਸੀਸ ਸਮੇਤ। ਲੰਕਾ ਲੁੱਟੀ ਗਈ, ਸਿਰ ਵੀ ਵੱਢਿਆ ਗਿਆ, ਬੁਰੀ ਹਾਲਤ ਹੋਈ ਜੇ ਇਸ ਰਾਵਣ ਦੀ। ਇਉਂ ਮਹਾਰਾਜ ਕਹਿੰਦੇ ਜੇ ਕੋਈ ਗਰਭ ਹੰਕਾਰ ਕਰਦਾ ਹੈ ਨਾ ਵਾਹਿਗੁਰੂ ਦੇ ਨਾਲ ਭਾਈ, ਉਹ ਪੂਰਾ ਨਹੀਂ, ਸਚਾਈ 'ਚ ਨਹੀਂ ਆਉਂਦਾ ਹੈ, ਉਹਦੀ ਫਿਰ ਬੁਰੀ ਹਾਲਤ ਹੀ ਹੁੰਦੀ ਹੈ, ਉਹਨੂੰ ਦੁੱਖ ਹੀ ਭੋਗਣੇ ਪੈਂਦੇ ਹੈ। ਕਿਉਂਕਿ ਵਾਹਿਗੁਰੂ ਨੂੰ ਹੰਕਾਰ ਦਾ ਨਾਸ਼ਕ ਜਾਣ ਲਓ। ਪਰਮੇਸ਼ਰ ਜਿਹੜਾ ਹੈ ਉਹ ਗਰਭ ਪ੍ਰਹਾਰੀ ਹੈ। ਪਾਤਸ਼ਾਹ ਜੀ ਮਹਾਰਾਜ ਜਿਹੜਾ ਸਾਧ ਸੰਗਤ ਜੀ ਜੀਓ ਮਨ ਹੈ, ਪਿੰਡ ਜਿਹੜਾ ਸਥੂਲ ਸਰੀਰ ਹੈ, ਮਹਾਰਾਜ ਇਹ ਤਾਂ ਸਾਡਾ ਤੇਰੇ ਪਾਸ ਹੈ, ਤੇਰੇ ਹੁਕਮ ਵਿੱਚ ਹੈ, ਤੇਰੇ ਅਧੀਨ ਹੈ। ਫਿਰ ਪੜੋ ਕੀ ਕਰਦੇ ਜੀਓ ਸੂਖਸ਼ਮ ਸਰੀਰ ਤੇ ਪਿੰਡ ਸਥੂਲ ਸਰੀਰ। ਇਹ ਸੱਚੇ ਪਾਤਸ਼ਾਹ ਮਹਾਰਾਜ ਇਹ ਤਾਂ ਜੀਵ ਦਾ ਤੇਰੇ ਅਧੀਨ ਹੈ, ਤੇਰੇ ਪਾਸ ਹੈ, ਤੇਰੇ ਹੁਕਮ ਵਿੱਚ ਧਰਿਆ ਹੋਇਆ ਹੈ। ਜਿਵੇਂ ਜਿਵੇਂ ਜੀਵਾਂ ਨੂੰ ਮਹਾਰਾਜ ਸਾਹਿਬ ਜੀ ਚਲਾਉਂਦੇ ਹੈ, ਤਿਵੇਂ ਤਿਵੇਂ ਜੀਵ ਜਿਹੜੇ ਚੱਲਦੇ ਹੈ। ਮਹਾਰਾਜ ਸਾਡਾ ਮਨ ਅਤੇ ਸਰੀਰ ਜਿਹੜਾ ਹੈ ਉਹ ਤੇਰੇ ਪਾਸ, ਤੇਰੇ ਅਧੀਨ ਹੈ। ਮਹਾਰਾਜ ਤੂੰ ਮਾਰ ਜੀਵਲ ਹੈ। ਭਾਈ ਬਾਰ ਬਾਰ ਇੱਕ ਥਾਂ ਤੇ ਰਹਿਣ ਦਿਓ, ਹਿਲਾਓ ਨਾ। ਤੋ ਤੂੰ ਮਾਰ ਜੀਵਲ ਹੈ। ਫਿਰ ਪੰਕਤੀ ਪੜੋ ਪੜੋ ਮਾਰ ਜੀਵਲ ਹੈ। ਮਹਾਰਾਜ ਜਦੋਂ ਜੀਵ ਦੀ ਉਮਰਾਂ ਪੁੱਗ ਜਾਂਦੀ ਹੈ, ਪਰ ਰਬਦ ਮੁੱਕ ਜਾਂਦੀ ਹੈ, ਉਹ ਜੀਵ ਨੂੰ ਮਾਰਨ ਵਾਲਾ ਵੀ ਤੂੰ ਹੈ ਤੇ ਫਿਰ ਜਿਵਾਉਣ ਵਾਲਾ ਵੀ ਤੂੰ ਆਪ ਹੀ ਹੈ। ਤੇ ਆਪ ਹੀ ਕਿਰਪਾ ਕਰਕੇ ਗੁਨਾਹਾਂ ਦੇ ਤਾਈਂ ਬਖਸ਼ ਕਰਕੇ ਤੇ ਆਪਣੇ ਵਿੱਚ ਮਿਲਾ ਲੈਣ ਵਾਲਾ ਹੈ। ਇਸੇ ਪ੍ਰਕਾਰ ਹੀ ਤੂੰ ਮਾਰ ਜੀਵਲ ਹੈ। ਮਹਾਰਾਜ ਔਗੁਣਾ ਵੱਲੋਂ ਮਾਰ ਕਰਕੇ ਗੁਣਾ ਦੇ ਵਿੱਚ ਜਿਵਾਉਣ ਵਾਲਾ ਵੀ ਤੂੰ ਆਪ ਹੈ ਤੇ ਕਿਰਪਾ ਕਰਕੇ ਗੁਰੂ ਜੀ ਦੁਆਰਾ ਬਖਸ਼ ਕਰਕੇ ਆਪਣੇ ਵਿੱਚ ਮਿਲਾਉਣ ਵਾਲਾ ਹੈ। ਇਸੇ ਪ੍ਰਕਾਰ ਹੀ ਤੂੰ ਮਾਰ ਜੀਵਲ ਹੈ, ਬਖਸ਼ ਮਿਲਾਏ। ਮਹਾਰਾਜ ਤੂੰ ਜੀਵਤ ਭਾਵ ਤੋਂ ਮਾਰਨ ਵਾਲਾ ਵੀ ਤੂੰ ਜੀਵ ਨੂੰ ਆਪ ਹੈ। ਜਦੋਂ ਅੰਦਰੋਂ ਖਾਸ਼ਾਂ ਛੁੱਟ ਜਾਂਦੀਆਂ ਹਨ, ਰਸ ਸਾਰੇ ਅੰਦਰੋਂ ਛੁੱਟ ਜਾਂਦੇ ਆ, ਮਹਾਰਾਜ ਜੀਵ ਨੂੰ ਜੀਵਤ ਭਾਵ ਤੋਂ ਮਾਰਨ ਵਾਲਾ ਵੀ ਤੂੰ ਆਪ ਹੈ ਤੇ ਬ੍ਰਹਮ ਗਿਆਨ ਦੇ ਅੰਦਰ ਜੀਵਨ ਦਾਨ ਦੇਣ ਵਾਲਾ ਤੂੰ ਆਪ ਹੈ। ਕਿਉਂਕਿ ਜੀਵ ਜਿਹੜਾ ਜਦੋਂ ਨਾਮ ਨਹੀਂ ਨਾ ਸਾਧ ਸੰਗਤ ਜੀ ਮਨ ਵਿੱਚ ਮਿੱਠਾ ਲੱਗਦਾ ਤੇ ਫਿਰ ਇਹ ਮਰਿਆ ਹੋਇਆ ਹੈ ਪਰਮੇਸ਼ਰ ਦੇ ਨਾਮ ਵੱਲੋਂ। ਸੰਸਾਰ ਦੇ ਅੰਦਰ ਇਹਨੂੰ ਬੜਾ ਆਨੰਦ ਤੇ ਸੁੱਖ ਮਿਲਦਾ ਹੈ। ਇਹਦਾ ਮਹਾਰਾਜ ਕਹਿੰਦੇ ਕਿ ਸੰਸਾਰ ਵੱਲ ਜਿਉਂਦੇ ਹੋਣ ਦੀ ਨਿਸ਼ਾਨੀ ਹੈ, ਔਗੁਣਾ ਵੱਲ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਵਾਹਿਗੁਰੂ ਜੀ ਤੋਂ ਬਿਨਾ ਕੋਈ ਜੀਵਤ ਭਾਵ ਤੋਂ ਮਾਰ ਨਹੀਂ ਸਕਦਾ। ਤੂੰ ਮਾਰ ਜੀਵਲ ਹੈ, ਬਖਸ਼ ਮਿਲਾਏ। ਮਹਾਰਾਜ ਤੂੰ ਆਪ ਹੀ ਕਿਰਪਾ ਕਰਕੇ ਜੀਵਤ ਭਾਵ ਤੋਂ ਮਾਰ ਕੇ ਤੇ ਜੀਵਨ ਦਾਨ ਦਿੰਨਾ, ਬ੍ਰਹਮ ਗਿਆਨ ਦੇ ਅੰਦਰ ਨਾਮ ਦੀ ਪ੍ਰੀਤ ਦੇ ਅੰਦਰ ਜੀਵਨ ਦਾ ਦਾਨ ਦਿੰਨਾ, ਮਰੇ ਹੋਏ ਜੀਵਾਂ ਨੂੰ ਜਿਵਾ ਦਿੰਨਾ ਹੈ। ਤੇ ਕਿਰਪਾ ਕਰਕੇ ਫਿਰ ਗੁਰੂ ਜੀ ਦੁਆਰਾ ਸਾਰੇ ਹੀ ਔਗੁਣਾਂ ਨੂੰ ਪਾਪਾਂ ਨੂੰ ਬਖਸ਼ ਕਰਕੇ ਆਪਣੇ ਅੰਦਰ ਮਿਲਾ ਲੈਣਾ, ਅਭੇਦ ਕਰ ਲੈਣਾ ਹੈ। ਜਿਉ ਪਹਾਵੇ ਤਿਉ ਨਾਮ ਜਪਾਏ। ਮਹਾਰਾਜ ਸਾਡੀ ਤਾਂ ਇਹ ਬੇਨਤੀ ਹੈ, ਜਿਵੇਂ ਆਪ ਨੂੰ ਪਾਉਂਦਾ ਹੈ ਨਾ, ਸਾਨੂੰ ਤਾਂ ਮਹਾਰਾਜ ਆਪਣਾ ਨਾਮ ਹੀ ਜਪਾਓ। ਚਾਹੇ ਦੁੱਖ ਵੈ ਤਾਂ ਵੀ ਨਾਮ ਹੀ ਜਪਦੇ ਰਹੀਏ, ਚਾਹੇ ਸੁੱਖ ਵੈ ਤਾਂ ਵੀ ਨਾਮ ਹੀ ਜਪਦੇ ਰਹੀਏ। ਮਹਾਰਾਜ ਅਸੀਂ ਤੁਹਾਡੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਇਹ ਸਾਡੇ ਉੱਤੇ ਆਪ ਬਖਸ਼ਿਸ਼ ਕਰੋ। ਸਾਧ ਸੰਗਤ ਜੀ ਜਦੋਂ ਜੀਵ ਕਰਮਾਂ ਦੇ ਜਿਹੜਾ ਹੈ ਲੇਖ ਨੂੰ ਭੋਗਦਾ ਹੈ ਨਾ, ਅਲਪੱਗ ਜੀਵ ਉਦੋਂ ਦੁੱਖ ਪਾਉਂਦਾ, ਪਰਮੇਸ਼ਰ ਨੂੰ ਕੋਸਦਾ ਹੈ। ਪਰ ਸਤਿਗੁਰੂ ਜੀ ਸਿੱਖਿਆ ਦਿੰਦੇ ਆ, ਗੁਰਸਿੱਖੋ ਇਹ ਕਰਮਾਂ ਦੀ ਗਤਾ ਗਤੀ ਬੜੀ ਬਲਵਾਨ ਹੈ। ਵਾਹਿਗੁਰੂ ਦੇ ਹੁਕਮ ਵਿੱਚ ਆ ਜਾਵੇ ਨਾ, ਭਾਣੇ ਵਿੱਚ ਆ ਜਾਵੇ ਤੇ ਕਹੇ ਮਹਾਰਾਜ ਚਾਹੇ ਦੁੱਖ ਵੈ ਤਾਂ ਵੀ ਮੈਨੂੰ ਨਾਮ ਨਾ ਵਿਸਰੇ, ਚਾਹੇ ਸੁਖ ਵੈ
ਤਾਂ ਵੀ ਮਹਾਰਾਜ ਮੈਂ ਨਾਮ ਨਾ ਭੁੱਲਾਂ, ਮੈਨੂੰ ਤਾਂ ਮਹਾਰਾਜ ਆਪਣਾ ਨਾਮ ਜਪਾਓ, ਜਿਉਂ ਆਪ ਨੂੰ ਭਾਉਂਦਾ ਹੈ ਤਿਵੇਂ ਰੱਖੋ। ਇਹ ਸਾਧ ਸੰਗਤ ਜੀ ਇਹੋ ਜਿਹਾ ਭਾਣਾ ਮੰਨਣ ਦਾ ਸੁਖ ਵੈ, ਦੁੱਖ ਦੇ ਹੁੰਦਿਆਂ ਵੀ ਦੁੱਖ ਨਹੀਂ ਫਿਰ ਲੱਗਦਾ। ਚਾਹੇ ਸਰੀਰਕ ਕਸ਼ਟ ਹੋਵੇ ਚਾਹੇ ਮਾਨਸਿਕ ਕਸ਼ਟ ਹੋਣ, ਸਾਰੇ ਹੀ ਦੂਰ ਹੋ ਜਾਂਦੇ ਆ। ਮਾਨਸਿਕ ਪੀੜਾਂ ਵੀ ਹਟ ਜਾਂਦੀਆਂ ਜਦੋਂ ਭਾਣੇ ਚ ਆ ਜਾਈਦਾ, ਤੇ ਸਰੀਰਕ ਪੀੜਾਂ ਵੀ ਸਾਰੀਆਂ ਨਾਸ਼ ਹੋ ਜਾਂਦੀਆਂ ਹਨ। ਹਜ਼ੂਰ ਫਰਮਾਉਂਦੇ ਹਨ, ਜਿਉ ਭਾਵੇ ਤਿਉ ਨਾਮ ਜਪਾਏ। ਜਿਵੇਂ ਮਹਾਰਾਜ ਆਪ ਨੂੰ ਭਾਉਂਦਾ ਹੈ, ਦੁੱਖ ਵਿੱਚ ਹੈ ਚਾਹੇ ਸੁੱਖ ਵਿੱਚ ਹੈ, ਪਰ ਆਪ ਦਾ ਨਾਮ ਹੀ ਮਹਾਰਾਜ ਸਾਨੂੰ ਜਪਾਓ, ਤੁਹਾਡਾ ਨਾਮ ਜਪਦੇ ਰਹੀਏ। ਤੂੰ ਦਾਨਾ ਬਿਨਾ ਸਾਚਾ ਸਿਰ ਮੇਰਾ। ਮਹਾਰਾਜ ਤੂੰ ਦਾਨਾ ਗਿਆਤਾ ਹੈ, ਜੀਵ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਤੂੰ। ਇਹ ਜਿਹੜਾ ਸਾਡਾ ਬਾਹਰਲਾ ਚਿਹਰਾ ਨਾ, ਇਹ ਸੰਸਾਰ ਦੇਖਦਾ ਹੈ ਪਰ ਅੰਦਰਲਾ ਚਿਹਰਾ ਨਹੀਂ ਦੇਖ ਪਾਉਂਦਾ। ਪਰ ਵਾਹਿਗੁਰੂ ਜੀ ਸਾਡਾ ਅੰਦਰਲਾ ਸਰੂਪ ਵੇਖਦੇ ਆ ਸੱਚੇ ਪਾਤਸ਼ਾਹ। ਉਹਨਾਂ ਨੂੰ ਸਾਡੀ ਅੰਦਰਲੀ ਸ਼ਕਲ ਪਤਾ ਹੈ ਕਿ ਸੋਹਣੀ ਹੈ ਕਿ ਕਰੂਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਤੂੰ ਦਾਨਾ ਗਿਆਤਾ ਹੈ, ਗੁਪਤ ਸ਼ਕਲ ਨੂੰ ਗੁਪਤ ਸਰੂਪ ਨੂੰ ਜਾਣਨ ਵਾਲਾ ਹੈ। ਫਿਰ ਬੀਨਾ ਦੇਖਣ ਵਾਲਾ ਹੈ, ਜਿਹੜੇ ਜੀਵ ਕਰਮ ਕਰਦੇ ਐ। ਜਿਹੜਾ ਸਾਧ ਸੰਗਤ ਜੀ ਅੰਤਰ ਬਹਿ ਕੇ ਕਰਮ ਕਮਾਵੇ, ਸੋਚਹੁ ਕੁੰਡੀ ਜਾਣੀ ਹੈ। ਕਿਉਂ ਜਾਣਿਆ ਜਾਂਦਾ? ਕਿਉਂਕਿ ਵਾਹਿਗੁਰੂ ਜੀ ਬੀਨਾ ਵੇਖਣ ਵਾਲੇ ਆ ਹਰ ਥਾਂ ਦੇ ਉੱਤੇ। ਤੇ ਫਿਰ ਸਾਚਾ ਅਤੰਗ ਤਤੰਗ ਸਦਾ ਸੱਚ ਸਰੂਪ ਹੈ, ਉਹ ਸਦਾ ਰਹਿਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਤੇ ਇਸ ਪ੍ਰਕਾਰ ਦਾਨਾ ਬਿਨਾ ਸਾਚਾ ਸਿਰ ਮੇਰਾ। ਸੱਚ ਹੈ, ਸਦਾ ਰਹਿਣ ਵਾਲਾ ਹੈ, ਤੇ ਮੇਰੇ ਸਿਰ ਦੇ ਉੱਤੇ ਭਾਵ ਸਦਾ ਹਾਜ਼ਰ ਨਾਜ਼ਰ ਹੈ, ਸਦਾ ਕੋਲ ਹੈ ਮਹਾਰਾਜ ਤੂੰ। ਪਰ ਜੀਵ ਜਿਹੜਾ ਹੈ ਅਗਿਆਨਤਾ ਵਸ ਭੁੱਲ ਜਾਂਦਾ ਤੇ ਪਰਮੇਸ਼ਰ ਨੂੰ ਨੇੜੇ ਨਹੀਂ ਵੇਖਦਾ, ਤੇ ਫਿਰ ਕਰਮ ਕਰ ਲੈਂਦਾ ਹੈ। ਕੀਤੇ ਹੋਏ ਕਰਮ ਨੂੰ ਕਰਨ ਲੱਗਿਆ ਨਹੀਂ ਸੋਚਦਾ ਕਿ ਇਹ ਬੀਜ ਜਿਹੜਾ ਬੀਜਣ ਲੱਗਾ ਇਹਦਾ ਫਲ ਕੀ ਭੋਗਣਾ ਪਵੇਗਾ, ਫਲ ਆਇਆ ਜਦੋਂ ਲੱਗਣ ਦਾ ਸਮਾਂ ਫਿਰ ਕੀ ਹੋਵੇਗਾ। ਇਹ ਕਰਨ ਲੱਗਿਆ ਨਹੀਂ ਜੀਵ ਵਿਚਾਰਦਾ। ਜੇ ਇਹ ਸੋਚ ਲਵੇ ਕਿ ਮੇਰੇ ਗੁਪਤ ਚਿਹਰੇ ਨੂੰ ਮਹਾਰਾਜ ਵੇਖਦੇ ਆ, ਜਿਹੜੀਆਂ ਮੇਰੇ ਗੁਪਤ ਦਿਲ ਦੇ ਅੰਦਰ ਛੁਪਾਏ ਹੋਏ ਗੁਨਾਹ ਨੇ ਉਹਨਾਂ ਨੂੰ ਵਾਹਿਗੁਰੂ ਜੀ ਜਾਣਦੇ ਆ, ਫਿਰ ਬੀਨਾ ਮੈਨੂੰ ਹਰ ਥਾਂ ਤੇ ਵੇਖ ਰਹੇ ਆ, ਤੇ ਫਿਰ ਸਾਧ ਸੰਗਤ ਜੀ ਬੁਰਾ ਕਰਮ ਨਹੀਂ ਕਰ ਪਾਉਂਦਾ ਹੈ, ਫਿਰ ਪਾਪ ਕਰਮ ਨਹੀਂ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਪਰਮੇਸ਼ਰ ਨੂੰ ਜਾਣੋ ਕਿ ਉਹ ਗੁਪਤ ਗੱਲਾਂ ਨੂੰ, ਗੁਪਤ ਚਿਹਰੇ ਨੂੰ ਜਾਣਦਾ ਹੈ, ਅੰਦਰਲੇ ਨੂੰ, ਤੇ ਬੀਨਾ ਵੇਖਣ ਵਾਲਾ ਹੈ, ਤੇ ਸਦਾ ਸੱਚ ਸਰੂਪ ਹੈ, ਤੇ ਸਿਰ ਮੇਰਾ। ਮਹਾਰਾਜ ਮੇਰਾ ਤਾਂ ਭਾਵ ਹੁੰਦਾ ਸ਼੍ਰੋਮਣੀ। ਮਹਾਰਾਜ ਮੇਰਾ ਤੂੰ ਸ਼੍ਰੋਮਣੀ ਹੈ, ਮੇਰੇ ਵਾਸਤੇ ਸਭ ਤੋਂ ਮਹਾਨ ਉੱਤਮ ਹੈ। ਜਿਹੜੇ ਇਉਂ ਜਾਣਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਫਿਰ ਸਭ ਥਾਵਾਂ ਤੇ ਹਾਜ਼ਰ ਨਾਜ਼ਰ ਹੈ, ਤੇ ਵੇਖਣ ਵਾਲਾ ਹੈ, ਗੁਪਤ ਚਿਹਰੇ ਨੂੰ ਸਮਝਣ ਵਾਲਾ, ਜਾਣਨ ਵਾਲਾ ਏ। ਗੁਰਮਤਿ ਦੇ ਭਰੋਸਾ ਤੇਰਾ। ਮਹਾਰਾਜ ਸਾਨੂੰ ਤਾਂ ਆਪ ਦੀ ਗੁਰਮਤਿ ਬਖਸ਼ ਦਿਓ, ਸਿੱਖਿਆ ਜਿਹੜੀ ਹੈ ਨਾ ਆਪ ਦੀ ਸੁਭ ਉਹ ਦਿਓ ਕਿ ਆਪ ਦੇ ਭਰੋਸੇ ਹੀ ਹੋ ਜਾਈਏ, ਤੁਹਾਡੇ ਆਸਰੇ ਹੋ ਜਾਈਏ। ਮਹਾਰਾਜ ਇਹ ਸਾਨੂੰ ਗੁਰਮਤਿ ਦੇ ਦਿਓ, ਇਹ ਸਿੱਖਿਆ ਮਹਾਰਾਜ ਸਾਨੂੰ ਬਖਸ਼ ਦਿਓ, ਹੋਰ ਸਾਰੇ ਝੂਠੇ ਆਸਰੇ ਅੰਦਰੋਂ ਚੁੱਕ ਜਾਣ, ਆਪ ਦੇ ਭਰੋਸੇ ਤੇ ਹੀ ਮਹਾਰਾਜ ਮੈਂ ਹੋ ਜਾਵਾਂ। ਤਨ ਮਹਿ ਮੈਲ ਨਾਹੀ ਮਨ ਰਾਤਾ। ਜਦੋਂ ਮਨ ਰੰਗਿਆ ਜਾਂਦਾ ਨਾ ਵਾਹਿਗੁਰੂ ਦੇ ਅੰਦਰ, ਸਤਿਗੁਰੂ ਜੀ ਕਹਿੰਦੇ ਉਦੋਂ ਤਨ ਸਰੀਰ ਦੇ ਅੰਦਰ ਜਿਹੜੀ ਅਵਿਦਿਆ ਦੀ ਮੈਲ ਹੈ, ਅਗਿਆਨਤਾ ਦੀ ਮੈਲ ਹੈ, ਉਹ ਸਾਧ ਸੰਗਤ ਜੀ ਨਹੀਂ ਰਹਿੰਦੀ। ਸਾਰੀਆਂ ਹੀ ਮੈਲਾਂ ਜਿਹੜੀਆਂ ਨਾ, ਸ਼ਲੰਗ ਛਿਦਰੰ ਕੋਟ ਬਿਗਨੰ ਅਪਰਾਧੰ ਕਿਲਬਿਖ ਮਲੰ, ਇਹ ਸਾਰੀਆਂ ਹੀ ਮੈਲਾਂ ਫਿਰ ਨਿਕਲ ਜਾਂਦੀਆਂ ਅੰਦਰੋਂ। ਸਭ ਮੈਲਾਂ ਚੁੱਕੀਆਂ ਜਾਂਦੀਆਂ ਜਦੋਂ ਮਨ ਰੰਗਿਆ ਜਾਵੇ। ਜਦੋਂ ਮਨ ਨਹੀਂ ਭਜਨ ਵਿੱਚ ਲੱਗ ਰਿਹਾ, ਮੈਲਾਂ ਚਿੰਬੜਦੀਆਂ ਹਨ। ਤੇ ਜਦੋਂ ਭਜਨ ਕਰਦਿਆਂ ਵੀ ਮਨ ਉਪਰਾਮ ਹੋਵੇ, ਉਦੋਂ ਮੈਲ ਲੱਥ ਰਹੀ ਹੁੰਦੀ ਹੈ। ਤੇ ਮਨ ਜਿਹੜਾ ਨਾ, ਜਦੋਂ ਇਹਦੇ ਮਰਨ ਦਾ ਵਕਤ ਆਉਂਦਾ ਹੈ, ਉਦੋਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਜੀਵ ਦੀ ਡਾਵਾਂਡੋਲ ਜੀ ਅਵਸਥਾ ਹੋ ਜਾਂਦੀ ਹੈ। ਨਾ ਸੰਸਾਰ ਜੋਗਾ ਹੁੰਦਾ ਹੈ, ਨਾ ਅਜੇ ਪਰਮੇਸ਼ਰ ਨਾਲ ਪ੍ਰੀਤ ਪਈ ਹੁੰਦੀ ਹੈ। ਬਹੁਤ ਔਖੀ ਹਾਲਤ ਹੈ। ਉਹ ਕਹਿੰਦੇ ਉਸ ਸਮੇਂ ਦੀ ਹਾਲਤ ਨੂੰ ਇਹ ਮੈਂ ਜਿਵੇਂ ਜਾਣ ਨਾ ਤਾਂ ਜਗਤ ਨੂੰ ਸੱਚਾ ਜਾਣਦਾ ਗਿਆਨ ਦੁਆਰਾ,
ਤੇ ਇੰਨਾ ਗਿਆਨ ਦ੍ਰਿੜ ਨਹੀਂ ਹੋਇਆ ਕਿ ਝੂਠਾ ਜਾਣ ਕੇ ਛੱਡ ਦੇਵੇ। ਉਹ ਜਿਵੇਂ ਗ੍ਰੰਥਾਂ 'ਚ ਪ੍ਰਮਾਣ ਦਿੱਤੇ, ਕਹਿੰਦੇ ਸੱਪ ਦੇ ਮੂੰਹ ਦੇ ਵਿੱਚ ਜਿਵੇਂ ਚੁਕੰਦਰ ਆ ਜਾਵੇ ਨਾ ਤੇ ਉਹ ਫਿਰ ਬੜਾ ਦੁਖਦਾਈ ਹੁੰਦਾ ਹੈ। ਕਹਿੰਦੇ ਜਦੋਂ ਸੱਪ ਖਾਵੇ ਤਾਂ ਉਹ ਜ਼ਹਿਰੀਲੀ ਹੈ, ਮਰਦਾ ਹੈ। ਜੇ ਛੱਡੇ ਤਾਂ ਉਹ ਜਿਹੜੀ ਚੁਕੰਦਰ ਅੱਖਾਂ ਨੂੰ ਪੈਂਦੀ ਹੈ, ਸੱਪ ਦੀਆਂ ਅੱਖਾਂ ਕੱਢਦੀ ਹੈ। ਜੇ ਛੱਡਦਾ ਤਾਂ ਵੀ ਮਰਦਾ, ਜੇ ਖਾਂਦਾ ਤੇ ਤਾਂ ਵੀ ਮਰਦਾ। ਉਹਦਾ ਹੱਲ ਕੀ ਹੈ ਫਿਰ? ਉਹਦਾ ਹੱਲ ਇਹ ਹੈ ਕਿ ਜੇ ਪਾਣੀ ਵਿੱਚ ਚਲੇ ਜਾਵੇ ਨਾ ਸੱਪ, ਤੇ ਪਾਣੀ 'ਚ ਜਾ ਕੇ ਉਹਨੂੰ ਛੱਡ ਦੇਵੇ, ਫਿਰ ਉਹ ਪਾਣੀ ਵਿੱਚ ਉਹਦੀਆਂ ਅੱਖਾਂ ਦੇ ਉੱਤੇ ਵਾਰ ਨਹੀਂ ਕਰ ਪਾਉਂਦੀ। ਇਹ ਸਾਧ ਸੰਗਤ ਜੀ, ਪਾਣੀ ਕੀ ਹੈ? ਸਤ ਸੰਗਤ। ਸਤ ਸੰਗਤ ਵਿੱਚ ਆ ਕਰਕੇ ਜਦੋਂ ਜਗਤ ਦੇ ਛੱਡਣ ਦਾ ਨਿਸ਼ਚਾ ਕਰਦਾ ਨਾ, ਤੇ ਫਿਰ ਸਾਧ ਸੰਗਤ ਜੀ ਇਹਦਾ ਮਨ ਜਿਹੜਾ ਨਾ ਟਿਕ ਜਾਂਦਾ ਹੈ। ਫਿਰ ਇਹਦੀਆਂ ਗਿਆਨ ਅੱਖਾਂ ਸਾਬਤ ਰਹਿੰਦੀਆਂ ਹਨ, ਤੇ ਫਿਰ ਇਹਨੂੰ ਕੋਈ ਜਿਹੜਾ ਛੱਡਣ ਦਾ ਭਰਮ ਨਹੀਂ ਹੁੰਦਾ। ਗੁਰੂ ਸਾਹਿਬ ਦੇ ਉੱਤੇ ਨਿਸ਼ਚਾ ਟਿਕਿਆ ਰਹਿੰਦਾ ਹੈ, ਤੇ ਫਿਰ ਇਹ ਜੀਵਤ ਭਾਵ ਤੋਂ ਸਹਿਜੇ ਮਰ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਤਨ ਮਹਿ ਮੈਲ ਨਾਹੀਂ ਮਨ ਰਾਤਾ। ਜਦੋਂ ਮਨ ਰੰਗਿਆ ਗਿਆ ਵਾਹਿਗੁਰੂ ਦੇ ਪਿਆਰ ਦੇ ਅੰਦਰ, ਫਿਰ ਤਨ ਦੀਆਂ ਸਾਰੀਆਂ ਮੈਲਾਂ ਚੱਕੀਆਂ ਜਾਂਦੀਆਂ। ਵੇਖ ਲੋ, ਤਨ ਮੈਲਾ ਮੰਨਿਆ ਹੋਇਆ ਹੈ। ਇਹ ਸਾਰੇ ਨੌ ਦੁਆਰੇ ਗੰਦਗੀ ਦੇ ਹੀ ਭਰੇ ਹੋਏ ਹੈ, ਪਰ ਮਹਾਰਾਜ ਜੀ ਦੇ ਨਾਮ ਵਿੱਚ ਜਦੋਂ ਮਨ ਰੰਗਿਆ ਜਾਂਦਾ ਹੈ ਤੇ ਫਿਰ ਨੌ ਦੁਆਰੇ ਵੀ ਜਿਹੜੇ ਆ ਪਵਿੱਤਰ ਹੋ ਜਾਂਦੇ ਆ। ਇਹ ਸਾਰਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ। ਅਵਿਦਿਆ ਦੀ ਮੈਲ, ਅਗਿਆਨਤਾ ਦੀ ਮੈਲ, ਪਾਪਾਂ ਦੀ ਮੈਲ, ਇਹ ਸਾਰੀਆਂ ਹੀ ਮੈਲਾਂ ਜਿਹੜੀਆਂ ਨਾ ਛਿਦਰ ਕੀਤੇ ਹੋਏ ਗੁਨਾਹ, ਉਹ ਸਾਰੀਆਂ ਮੈਲਾਂ ਮਹਾਰਾਜ ਕਹਿੰਦੇ ਲੱਥ ਜਾਂਦੀਆਂ ਹਨ। ਇਹ ਨਾਹੀ ਤੇ ਵਿਸ਼ਰਾਮ ਦੇ ਕਰਕੇ ਆ ਪਹਿਲਾ ਅਰਥ। ਤੋ ਜੇ ਕਹੀਏ ਕਿ ਨਾਹੀ ਮਨ ਰਾਤਾ, ਫਿਰ ਤਨ ਮਹਿ ਮੈਲ ਨਾਹੀ ਮਨ ਰਾਤਾ। ਜਿਹਦਾ ਮਨ ਨਹੀਂ ਰੰਗਿਆ ਗਿਆ ਵਾਹਿਗੁਰੂ ਦੇ ਨਾਮ ਵਿੱਚ, ਉਹ ਕਿੰਨੇ ਸਾਬਣ ਲਾ ਲੇ, ਕਿੰਨੇ ਸਾਧ ਸੰਗਤ ਜੀ ਖੁਸ਼ਬੂਆਂ ਲਾ ਲੇ, ਉਹਦਾ ਮਨ ਜਿਹੜਾ ਨਾ ਤਨ, ਉਹ ਮੈਲੇ ਦਾ ਮੈਲਾ ਹੀ ਰਹਿੰਦਾ ਹੈ। ਬਹੁਤ ਮੈਲਾਂ ਚਿੰਬੜੀਆਂ ਰਹਿੰਦੀਆਂ। ਅਵਿਦਿਆ ਦੀ ਮੈਲ, ਅਗਿਆਨਤਾ ਦੀ ਮੈਲ ਫਿਰ ਖਹਿੜਾ ਨਹੀਂ ਛੱਡਦੀ। ਹੁਣ ਉਹ ਸਾਬਣ ਲਾਉਣ ਨਾਲ ਕਿਵੇਂ ਲੱਥ ਜਾਵੇ? ਮਹਾਰਾਜ ਜੀ ਨੇ ਕਿਹਾ ਨਾ ਕਿ ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦਾ ਰੰਗ ਜਦੋਂ ਚੜੇਗਾ ਫਿਰ ਧੁਪਣੀ ਆ ਉਹ ਮੈਲ ਅੰਦਰੋਂ, ਪਰ ਜੇ ਕੋਈ ਬਾਹਰੋਂ ਨਹਾਉਣ ਨਾਲ ਹੀ ਧੋਣੀ ਚਾਹੇ ਤਾਂ ਫਿਰ ਨਹੀਂ ਉਹ ਧੁੱਪਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਮਨ ਰੰਗਿਆ ਗਿਆ ਫਿਰ ਤਨ ਦੀਆਂ ਸਾਰੀਆਂ ਮੈਲਾਂ ਲੱਥ ਜਾਂਦੀਆਂ। ਜੇ ਨਾ ਹੀ ਮਨ ਰਾਤਾ, ਨਹੀਂ ਮਨ ਰੰਗਿਆ ਗਿਆ, ਫਿਰ ਤਨ ਨੂੰ ਸਾਰੀਆਂ ਮੈਲਾਂ ਲੱਗਦੀਆਂ, ਮਨ ਨੂੰ ਵੀ ਮੈਲਾਂ ਲੱਗਦੀਆਂ ਹਨ। ਗੁਰ ਬਚਨੇ ਸਚ ਸ਼ਬਦ ਪਛਾਤਾ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨ ਦੇ ਵਿੱਚ ਭਰੋਸਾ ਕੀਤਾ ਨਾ, ਉਹਨਾਂ ਨੇ ਸਾਧ ਸੰਗਤ ਜੀ ਸ਼ਬਦ ਬ੍ਰਹਮ ਨੂੰ ਸੱਚ ਕਰਕੇ ਪਛਾਣ ਲਿਆ ਹੈ। ਸਦਾ ਰਹਿਣ ਵਾਲਾ ਜਾਣ ਲਿਆ ਹੈ ਬ੍ਰਹਮ ਨੂੰ, ਕਿ ਬਾਕੀ ਸਭ ਕੁਝ ਨਾਸ਼ਵੰਤ ਹੈ, ਕੇਵਲ ਤੇ ਕੇਵਲ ਬ੍ਰਹਮ ਹੀ ਹੈ ਸਦਾ ਰਹਿਣ ਵਾਲਾ। ਗੁਰਬਚਨੀ ਸੱਚ ਸ਼ਬਦ ਪਛਾਤਾ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਭਰੋਸਾ ਕੀਤਾ ਹੈ, ਉਹਨਾਂ ਨੇ ਫਿਰ ਸ਼ਬਦ ਦੀ ਕਮਾਈ ਕੀਤੀ ਹੈ, ਤੇ ਸੱਚ ਸਰੂਪ ਨੂੰ ਉਹਨਾਂ ਨੇ ਫਿਰ ਪਹਿਚਾਣ ਲਿਆ ਏ। ਤੇਰਾ ਤਾਣ ਨਾਮ ਕੇ ਵਡਿਆਈ। ਮਹਾਰਾਜ ਸਾਨੂੰ ਤਾਂ ਤੇਰਾ ਹੀ ਤਾਣ ਹੈ, ਤੇਰੇ ਨਾਮ ਦੀ ਵਡਿਆਈ ਮਹਾਰਾਜ ਸਾਨੂੰ ਮਿਲੇ। ਸਾਡੀ ਤਾਂ ਇਹੀ ਮਹਾਰਾਜ ਬੇਨਤੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਹੁਣ ਸ਼ਬਦ ਦੇ ਅਖੀਰ ਵਿੱਚ ਜਾਚ ਦੱਸਦੇ ਹੈ ਕਿ ਮਹਾਰਾਜ ਸਾਡਾ ਕੋਈ ਬਲ ਨਹੀਂ ਹੋਰ, ਕਿਉਂਕਿ ਆਪ ਨਿਤਾਣਿਆਂ ਦੇ ਤਾਣ ਹੋਣਾ। ਜਿਹੜਾ ਕੋਈ ਆਪਣਾ ਬਲ ਸਾਧ ਸੰਗਤ ਜੀ ਜਣਾਉਂਦਾ ਹੈ ਜਾਂ ਮਨ ਵਿੱਚ ਰੱਖਦਾ ਹੈ, ਉਹਨੂੰ ਵਾਹਿਗੁਰੂ ਜੀ ਦਾ ਬਲ ਨਹੀਂ ਪ੍ਰਾਪਤ ਹੁੰਦਾ। ਉਹ ਆਪਣੇ ਬਲ ਦੇ ਭਰੋਸੇ ਹੀ ਜਿਹੜਾ ਹੈ ਥੋੜੀ ਥੋੜੀ ਹਉਮੈ ਕਰਦਾ ਮਰਦਾ ਰਹਿੰਦਾ ਹੈ। ਤੇ ਜਿਨ੍ਹਾਂ ਨੂੰ ਮਨ ਦੇ ਅੰਦਰ ਇਹ ਨਿਸ਼ਚਾ ਆ ਗਿਆ, ਮਹਾਰਾਜ ਸਾਨੂੰ ਤਾਂ ਤੇਰਾ ਹੀ ਤਾਣ ਹੈ, ਤੇਰਾ ਹੀ ਜੋਰ ਹੈ, ਤੇਰਾ ਹੀ ਬਲ ਹੈ, ਤੇ ਮਹਾਰਾਜ ਤੇਰੇ ਹੀ ਨਾਮ ਦੀ ਵਡਿਆਈ ਸਾਨੂੰ ਪ੍ਰਾਪਤ ਹੋਵੇ। ਇਹ ਜੋ ਕੁਝ ਸਾਨੂੰ ਤਾਣ ਦਿੱਤਾ ਹੈ, ਅਕਲ ਦਿੱਤੀ ਹੈ, ਸਰੀਰ ਦਿੱਤਾ ਹੈ, ਇਹ ਮਹਾਰਾਜ ਤੇਰੀ ਵਡਿਆਈ ਹੈ, ਤੇਰੀ ਦਿੱਤੀ ਹੀ ਬਖਸ਼ਿਸ਼ ਹੈ। ਤੇ ਜਿਹੜੇ ਪਾ ਕਰਕੇ ਹੰਕਾਰ ਕਰਦੇ, ਉਹ ਪਰਮੇਸ਼ਰ ਦੇ ਤਾਣ ਨੂੰ, ਬਲ ਨੂੰ ਭੁੱਲ ਜਾਂਦੇ ਆ।
ਹਜੂਰ ਫਰਮਾਉਂਦੇ ਹਨ, ਤੇਰਾ ਤਾਣ ਨਾਮ ਕੇ ਵਡਿਆਈ। ਨਾਮ ਦੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਬਖਸ਼ੋ, ਜਿਸ ਕਰਕੇ ਸਾਨੂੰ ਆਪ ਦਾ ਤਾਣ ਬਲ ਪ੍ਰਾਪਤ ਹੋਵੇ। ਨਾਨਕ ਰਹਿਣਾ ਭਗਤ ਸ਼ਰਣਾਏ। ਸਤਿਗੁਰੂ ਜੀ ਗਰੀਬ ਨਵਾਜ ਸ਼ਬਦ ਦੀ ਸਮਾਪਤੀ ਕਰਦੇ ਹੋਏ ਫਰਮਾਉਂਦੇ ਐ ਕਿ ਵਾਹਿਗੁਰੂ ਅਸੀਂ ਤਾਂ ਤੇਰੇ ਭਗਤਾਂ ਦੀ ਸ਼ਰਨ ਵਿੱਚ ਰਹਿਣਾ ਕਰੀਏ, ਇਹ ਮਹਾਰਾਜ ਸਾਨੂੰ ਕਿਰਪਾ ਕਰਕੇ ਦਾਤ ਬਖਸ਼ੋ, ਤੇਰੀ ਭਗਤੀ ਦੀ ਸ਼ਰਨ ਪੈ ਜਾਈਏ, ਸਦਾ ਹੀ ਭਗਤੀ ਕਰੀਏ ਪ੍ਰੇਮ ਵਿੱਚ ਭਿੱਜ ਕਰਕੇ। ਇਹ ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੀ ਸ਼ਰਨ ਦੇ ਦਿਓ, ਆਪਦੀ ਭਗਤੀ ਦੀ ਸ਼ਰਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਦਿਓ। ਸਾਡਾ ਰਹਿਣਾ ਹੋਵੇ ਆਪਦੀ ਭਗਤੀ ਦੀ ਸ਼ਰਨ ਵਿੱਚ, ਆਪਦੇ ਨਾਮ ਦੀ ਸ਼ਰਨ ਦੇ ਅੰਦਰ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਸਮਾਂ ਸਾਧ ਸੰਗਤ ਜੀ ਜਿਹੜਾ ਹੈ 35 ਮਿੰਟ ਹੋ ਚੁੱਕੇ, ਸੋ ਇਸ ਕਰਕੇ ਅਗਲਾ ਸ਼ਬਦ ਜਿਹੜਾ ਹੈ ਉਹ ਆਰੰਭ ਨਹੀਂ ਕੀਤਾ ਜਾਣਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤਨ ਮਹਿ ਮੈਲ ਨਾਹੀਂ ਮਨ ਰਾਤਾ, ਗੁਰ ਬਚਨੇ ਸਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੇ ਵਡਿਆਏ, ਨਾਨਕ ਰਹਿਣਾ ਭਗਤ ਸ਼ਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼।